ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਦੂਜਾ ਦੋਪਦੇ, ਇਕ ਓੰਕਾਰ। ਸਤਿਗੁਰ ਪ੍ਰਸਾਦ, ਸਗਲ ਬਨਸਪਤ ਮਹਿ ਬੈਸੰਤਰ। ਸਗਲ ਦੂਧ ਮਹਿ ਕੀਆ, ਊਚ ਨੀਚ ਮਹਿ ਜੋਤ ਸਮਾਣੀ। ਘਟ ਘਟ ਮਾਧੋ ਜੀਆ, ਸਗਲ ਬਨਸਪਤ ਮਹਿ ਬੈਸੰਤਰ। ਸਗਲ ਦੂਧ ਮਹਿ ਕੀਆ, ਊਚ ਨੀਚ ਮਹਿ ਜੋਤ ਸਮਾਣੀ। ਘਟ ਘਟ ਮਾਧੋ ਜੀਆ, ਸੰਤੋ ਘਟ ਘਟ ਰਹਿਆ ਸਮਾਹਿਓ। ਪੂਰਨ ਪੂਰ ਰਹਿਓ ਸਰਬ ਮਹਿ। ਜਲ ਥਲ ਰਮਈਆ ਆਹਿਓ। ਰਹਾਉ ਗੁਣ ਨਿਧਾਨ ਨਾਨਕ ਜਸ ਗਾਵੈ। ਸਤਿਗੁਰ ਭਰਮ ਚੁਕਾਇਓ। ਸਰਬ ਨਿਵਾਸੀ ਸਦਾ ਅਲੇਪਾ। ਸਭ ਮਹਿ ਰਹਿਆ ਸਮਾਇਓ। ਗੁਣ ਨਿਧਾਨ ਨਾਨਕ ਜਸ ਗਾਵੈ। ਸਤਿਗੁਰ ਭਰਮ ਚੁਕਾਇਓ। ਸਰਬ ਨਿਵਾਸੀ ਸਦਾ ਅਲੇਪਾ। ਸਭ ਮਹਿ ਰਹਿਆ ਸਮਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਵਾਲੇ ਪਰਮ ਕਿਰਪਾਲੂ ਸਤਿਗੁਰੂ, ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ, ਖੰਡਾਂ ਬ੍ਰਹਮੰਡਾਂ ਦੇ ਮਾਲਕ ਸਤਿਗੁਰੂ, ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਪਾਵਨ ਨਿੱਘੀ ਗੋਦ ਅੰਦਰ ਸੁਭਾਏਮਾਨ ਗੁਰੂ ਕੀ ਸਾਜੀ ਨਵਾਜੀ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਗੁਰਦੇਵ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਗੁਰਸਿੱਖ ਗੁਰ ਸੰਗਤਾਂ ਨੇ ਸਤਿਗੁਰੂ ਸਾਹਿਬ ਜੀ ਦੇ ਮੁਬਾਰਕ ਚਰਨ ਅੰਮ੍ਰਿਤ ਵੇਲੇ ਤੋਂ ਆਪ ਜੀ ਪਰਸ ਕਰਕੇ ਨਿਹਾਲ ਹੋ ਰਹੇ ਹੋ। ਗੁਰਦੇਵ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਨੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਹਜ਼ੂਰ ਸੁਭਾਏਮਾਨ ਹੋ ਕਰਕੇ ਗੁਰਦੇਵ ਜੀ ਦੀ ਇਲਾਹੀ ਬਾਣੀ ਸ੍ਰੀ ਆਸਾ ਜੀ ਕੇ ਵਾਰ ਕੇ ਕੀਰਤਨ ਸਰਵਣ ਕਰਕੇ ਜਨਮ ਦਾ ਲਾਹਾ ਪ੍ਰਾਪਤ ਕੀਤਾ ਹੈ। ਹੁਣ ਜੋ ਅੱਜ ਦੇ ਦਿਹਾੜੇ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਦੇ ਘਰ ਵਿੱਚ ਆਣ ਕਰਕੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਜਿਸ ਬਾਬਤ ਆਪਾਂ ਗੁਰਦੇਵ ਜੀ ਦੀ ਪਾਵਨ ਗੁਰਬਾਣੀ ਪੜ੍ਹਦੇ ਹਾਂ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬਦਹੁ ਪੁਰਖ ਬਧਾਤੇ ਤਾਤੂ ਸੋਹਿਆ,
ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰਹਾ ਨਾਨਕ ਕਸ਼ਮਲ ਜਾਇ ਨਾਇ ਰਾਮਦਾਸ ਸਰ। ਐਸਾ ਜੋ ਪਾਵਨ ਅਸਥਾਨ ਹੈ ਜੋ ਆਪ ਬਖਸ਼ਿਸ਼ ਕਰਕੇ ਇਸ ਧਰਤੀ ਦੇ ਉੱਤੇ ਸੱਚਖੰਡ ਧਾਮ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਵਸਾਉਣਾ ਕੀਤਾ ਹੈ। ਉਸ ਪਾਵਨ ਦਰਬਾਰ ਤੋਂ ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਸਿੰਘਾਸਨਾਂ ਤੇ ਸਭਾਇਮਾਨ ਹੋ ਕਰਕੇ ਮੇਰੇ ਗੁਰਦੇਵ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਸਾਨੂੰ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਸ ਪਾਵਨ ਹੁਕਮਨਾਮੇ ਦੀ ਵਿਚਾਰ ਦਾ ਸਮਾਂ ਹੋਇਆ ਹੈ। ਆਓ ਜੋ ਸਤਿਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਬਖਸ਼ਿਸ਼ ਕਰ ਰਹੇ ਹਨ, ਅੱਜ ਦੇ ਦਿਹਾੜੇ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ। ਪ੍ਰੇਮ ਸਤਿਕਾਰ ਸਹਿਤ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਦੂਜਾ ਦੋਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ। ਸੋਰਠ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਘਰ ਦੂਜੇ ਸੁਰਤਾਲ ਦੇ ਵਿੱਚ ਦੋ ਪਦਿਆਂ ਵਾਲਾ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ। ਸੋ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਗੁਰਦੇਵ ਜੀ ਨੇ ਮੰਗਲ ਕੀਤਾ ਹੈ। ਏਕੋ ਅਦਵੈਤ ਬ੍ਰਹਮ ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰ ਪ੍ਰਸਾਦ ਪੂਰੇ ਗੁਰਾਂ ਦੀ, ਸਤ ਪ੍ਰਤੱਗੀ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਜਿਸ ਦੀ ਪ੍ਰਾਪਤੀ ਹੁੰਦੀ ਹੈ ਜੀ। ਸਗਲ ਬਨਸਪਤ ਮਹਿ ਬੈ ਸੰਤਰ। ਮੇਰੇ ਗੁਰਦੇਵ ਸਤਿਗੁਰੂ ਸਾਹਿਬ ਜੀ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਹਨ। ਸੋ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਵਾਲੇ, ਇੱਛਾ ਰੱਖਣ ਵਾਲੇ ਪ੍ਰੇਮੀ ਸੰਤ ਜਨ ਗੁਰਦੇਵ ਜੀ ਦੇ ਹਜ਼ੂਰ ਆਏ, ਬੇਨਤੀ ਕੀਤੀ ਕਿਰਪਾਲੂ ਜੀ ਬਖਸ਼ਿਸ਼ ਕਰੋ, ਰਹਿਮਤ ਕਰੋ। ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹਦਾ ਕਿੱਥੇ ਕਿੱਥੇ ਵਾਸਾ ਹੈ। ਸੋ ਆਪ ਕਿਰਪਾ ਕਰਕੇ ਸਾਨੂੰ ਸਮਝਾਉਣਾ ਕਰੋ। ਦਿਆਲਤਾ ਦੇ ਘਰ ਵਿੱਚ ਆਣ ਕਰਕੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਸੰਤੋ ਘਟ ਘਟ ਰਮਈਆ। ਸੋ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਸੰਤੋ ਘਟ ਘਟ ਰਮਈਆ ਜਿਹੜਾ ਹੈ, ਘਟ ਘਟ ਰਿਹਾ ਸਮਾਹਿਓ। ਉਹ ਪਰਮੇਸ਼ਰ ਵਾਹਿਗੁਰੂ ਘਟਾਂ ਘਟਾਂ ਦੇ ਵਿੱਚ ਸਮਾਇਆ ਹੋਇਆ ਹੈ। ਉਹ ਦਿਆਲਤਾ ਕਰਕੇ ਮਹਾਰਾਜ ਕਿਵੇਂ ਸਮਾਇਆ ਹੋਇਆ ਹੈ ਤੇ ਦੱਸਦੇ ਹਨ ਕਿ ਸਗਲ ਬਨਸਪਤ ਮਹਿ ਬੈਸੰਤਰ। ਜਿਤਨੀ ਬਨਸਪਤੀ ਹੈ, ਜਿਤਨੇ ਆਪਾਂ ਇਹ ਰੁੱਖ ਆਦਿਕ ਵੇਖਦੇ ਹਾਂ, ਸਾਰਿਆਂ ਦੇ ਵਿੱਚ ਪਰਮੇਸ਼ਰ ਵੱਲੋਂ ਭਾਈ ਅਗਨੀ ਜਿਹੜੀ ਠਹਿਰਾਈ ਹੋਈ ਹੈ। ਸੋ ਭਾਵੇਂ ਉਹ ਫਲ ਰਹੇ ਹਨ, ਫੁੱਲ ਲੱਗ ਰਹੇ ਹਨ, ਫਲ ਪੈ ਰਹੇ ਹਨ, ਪਰ ਪਰਮੇਸ਼ਰ ਦੀ ਆਪਣੀ ਕਿਰਪਾ ਸਦਕਾ ਉਹਦੇ ਵਿੱਚ ਅਗਨ ਟਕਾਈ ਹੋਈ ਹੈ। ਸਗਲ ਬਨਸਪਤ ਮਹਿ ਬੈਸੰਤਰ। ਸਗਲੇ ਜਿੰਨੇ ਵੀ ਜੀਵ ਜੰਤ ਹਨ, ਸਾਰਿਆਂ ਦੇ ਵਿੱਚ ਜਿਵੇਂ ਸਾਰਿਆਂ ਸਰੀਰਾਂ ਦੇ ਵਿੱਚ ਜਠਰਾ ਅਗਨੀ ਜਿਹੜੀ ਹੈ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਹੁਕਮ ਦੇ ਵਿੱਚ ਬੱਧੀ ਹੋਈ ਹੈ। ਜਿੰਨਾ ਚਿਰ ਪ੍ਰਗਟ ਨਾ ਕੀਤੀ ਜਾਵੇ ਉਹਨਾਂ ਚਿਰ ਬਾਹਰ ਦਿਸਦੀ ਨਹੀਂ ਹੈ। ਇਸੇ ਤਰੀਕੇ ਦੇ ਨਾਲ ਜਿੰਨੀ ਵਨਸਪਤੀ ਹੈ, ਇੱਥੋਂ ਤੱਕ ਵਿਦਵਾਨਾਂ ਨੇ ਲਿਖਿਆ ਜਿਹੜਾ ਚੰਦਨ ਸਭ ਨਾਲੋਂ ਠੰਡਾ ਹੈ, ਜਿਹੜਾ ਸੱਪਾਂ ਦੀ ਭਾਈ ਤਪਸ਼ ਵੀ ਮੇਟ ਦਿੰਦਾ ਹੈ, ਉਸ ਚੰਦਨ ਦੇ ਵਿੱਚ ਵੀ ਪਰਮੇਸ਼ਰ ਨੇ ਅਗਨੀ ਜਿਹੜੀ ਠਹਿਰਾ ਕਰਕੇ ਰੱਖੀ ਹੋਈ ਹੈ। ਸੋ ਬੜਾ ਸੁੰਦਰ ਪ੍ਰਮਾਣ ਵਿਦਵਾਨ ਜਨ ਸਾਰ ਕਿਤਾਵਲੀ ਵਿੱਚ ਦੱਸਦੇ ਹਨ। ਕਹਿੰਦੇ ਭਾਈ ਮਤ ਪ੍ਰਤੀਤ ਖਲ ਕੀ ਕਰੋ, ਚਾਹੇ ਸੁਕਲ ਵਿਦਵਾਨ ਚੰਦਨ ਕੇ ਘਰਸਣ ਵਿਖੇ ਪ੍ਰਗਟ ਹੋਤ ਕਿਰਸਾਨ। ਪਹਿਲਾਂ ਤੇ ਪ੍ਰਮਾਣ ਦਿੱਤਾ ਸੰਸਾਰ ਦਾ, ਦੱਸਣਾ ਇਹ ਚਾਹੁੰਦੇ ਸਨ। ਕਹਿੰਦੇ ਭਾਈ ਮਤਾ ਪ੍ਰਤੀਤ, ਖਲ ਮੂਰਖ ਮਨੁੱਖ ਦੀ ਕਦੀ ਵਾਸਤੇ, ਖਲ ਨਾਮ ਹੁੰਦਾ ਹੈ ਬੇਸਮਝਦਾ, ਬੇਵਕੂਫ ਦਾ। ਕਹਿੰਦੇ ਬੇਵਕੂਫ ਮਨੁੱਖ ਦੀ ਕਦੀ ਵਾਸਤੇ ਪ੍ਰਤੀਤ ਯਕੀਨ ਨਾ ਕਰੋ। ਤੇ ਜਿਹੜੀ ਅਗਲੀ ਗੱਲ ਕਹੀ ਬੜੀ ਹੈਰਾਨੀ ਵਾਲੀ ਸੀ। ਕਹਿਣ ਲੱਗੇ ਭਾਵੇਂ ਉਹ ਜਿਹੜਾ ਮੂਰਖ ਹੈ ਨਾ,
ਸਾਕੁਲ ਨਾਮ ਹੁੰਦਾ ਹੈ ਸ੍ਰੇਸ਼ਟ ਕੁਲ ਦਾ, ਚੰਗੀ ਕੁਲ ਦੇ ਵਿੱਚੋਂ ਵੀ ਕਿਉਂ ਨਾ ਹੋਵੇ। ਤੇ ਅਗਲਾ ਬਚਨ ਕਹਿਣ ਲੱਗੇ ਭਾਵੇਂ ਵਿਦਵਾਨ ਕਿਉਂ ਨਾ ਹੋਵੇ। ਤੇ ਹੁਣ ਦੋ ਗੱਲਾਂ ਕਿਵੇਂ ਹੋ ਸਕਦੀਆਂ ਜੀ, ਮੂਰਖ ਵੀ ਹੋਵੇ ਤੇ ਵਿਦਵਾਨ ਵੀ ਹੋਵੇ। ਜਿਵੇਂ ਕਿ ਹੈ ਤਾਂ ਵਿਦਵਾਨ, ਪਰ ਕਈ ਵਾਰੀ ਵਿਦਵਾਨ ਮਨੁੱਖ ਵੱਡੀਆਂ ਬੇਸਮਝੀ ਵਾਲੀਆਂ ਗੱਲਾਂ ਕਰਦੇ। ਵੱਡੇ ਜਿੰਨੀ ਵੱਡੀ ਬੇਵਕੂਫੀ ਦੀ ਬਾਤ ਵਿਦਵਾਨ ਕਰ ਸਕਦਾ ਹੈ, ਆਮ ਮਨੁੱਖ ਕਰ ਹੀ ਨਹੀਂ ਸਕਦਾ। ਜਿਵੇਂ ਸੰਤ ਬਾਬਾ ਈਸ਼ਰ ਸਿੰਘ ਜੀ ਦੋਦਰ ਵਾਲੇ ਮਹਾਂਪੁਰਖ ਹੋਏ ਨੇ, ਉਹਨਾਂ ਦੇ ਪਾਸ ਇੱਕ ਸ਼ਾਸਤਰੀ ਮਹਾਤਮਾ ਪਹੁੰਚ ਗਏ। ਨਿਆਏ ਸ਼ਾਸਤਰ 12 ਸਾਲ ਲਾ ਕਰਕੇ ਉਹਨਾਂ ਨੇ ਪੜ੍ਹਿਆ ਤੇ ਮਹਾਂਪੁਰਖਾਂ ਦੇ ਪਾਸ ਜਾ ਕਰਕੇ ਕਹਿਣ ਲੱਗੇ ਮੈਂ ਦਵੈਤ ਦੁੰਦਵਾਦ ਜਿਹੜਾ ਉਹ ਪ੍ਰਗਟ ਕਰਕੇ ਦੱਸ ਸਕਦਾ ਹਾਂ ਕਿ ਪਰਮੇਸ਼ਰ ਹੋਰ ਹੈ ਤੇ ਮਨੁੱਖ ਹੋਰ ਹਨ। ਦੋ ਚੀਜ਼ਾਂ ਨੇ, ਇਹ ਸ੍ਰਿਸ਼ਟੀ ਦੀ ਰਚਨਾ ਹੋਰ ਹੈ ਤੇ ਰੱਬ ਹੋਰ ਹੈ। ਮਹਾਂਪੁਰਖ ਕੋਈ ਉੱਤਰ ਨਹੀਂ ਦਿੱਤਾ, ਮਹਾਂਪੁਰਖਾਂ ਨੇ ਚੁੱਪ ਕਰਕੇ ਬੈਠੇ ਰਹੇ। ਮਹਾਂਪੁਰਖਾਂ ਦੇ ਪਾਸ ਇੱਕ ਗਰੀਬ ਸਿੱਖ ਝਾੜੂ ਪੋਚੇ ਦਾ ਕੰਮ ਕਰਦਾ ਸੀ। ਉਹ ਝਾੜੂ ਲਾ ਰਿਹਾ ਸੀ, ਮਹਾਂਪੁਰਖਾਂ ਨੂੰ ਆਵਾਜ਼ ਮਾਰੀ, ਕਹਿਣ ਲੱਗੇ ਗੁਰਸਿੱਖਾ ਤੂੰ ਸੰਗਤਾਂ ਦੀ ਧੂੜ ਇਕੱਠੀ ਕਰਦਾ ਹੈ, ਇੰਨੀ ਵੱਡੀ ਸੇਵਾ ਕਰਦਾ, ਕਹਿੰਦੇ ਤੂੰ ਰੱਬ ਹੈ ਰੱਬ। ਤੇ ਉਹ ਝਾੜੂ ਮਾਰਨ ਵਾਲਾ ਗਰੀਬ ਸਿੱਖ ਹੱਥ ਜੋੜ ਕੇ ਕਹਿੰਦਾ ਨਾ ਮਹਾਂਪੁਰਖੋ ਮੈਨੂੰ ਪਾਪੀ ਨਾ ਬਣਾਓ, ਮੈਂ ਰੱਬ ਕਿੱਥੋਂ, ਰੱਬ ਬੜੀ ਵੱਡੀ ਚੀਜ਼ ਹੈ, ਬੜੀ ਵੱਡੀ ਚੀਜ਼ ਹੈ ਰੱਬ, ਮੈਂ ਰੱਬ ਕਿਵੇਂ ਹੋ ਸਕਦਾ। ਮਹਾਂਪੁਰਖ ਹੱਸ ਪਏ, ਕਹਿਣ ਲੱਗੇ ਸ਼ਾਸਤਰੀ ਜੀ ਤੁਸੀਂ 12 ਸਾਲ ਐਵੇਂ ਮੱਥਾ ਹੀ ਮਾਰ ਕੇ ਆ ਗਏ ਜੇ, ਆ ਦਵੈਤ ਭਾਵ ਤੇ ਆ ਗਰੀਬ ਸਿੱਖ ਨੇ ਦੱਸ ਦਿੱਤੀ ਹੈ, ਦੁੰਦਵਾਦ ਤੇ ਇਹ ਵੀ ਕਥਨ ਕਰੀ ਜਾਂਦਾ, ਇਹ ਵੀ ਦੱਸੀ ਜਾਂਦਾ ਹੈ ਕਿ ਰੱਬ ਹੋਰ ਹੈ ਤੇ ਜੀਵ ਹੋਰ ਹੈ। ਕਹਿੰਦੇ ਮਜ਼ਾ ਤੇ ਤਾਂ ਸੀ ਜੇ ਤੁਸੀਂ ਵਿਦਿਆ ਪੜ੍ਹੀ ਸੀ, ਬਾਤ ਤੇ ਤਾਂ ਬਣਦੀ ਤੁਸੀਂ ਉਹ ਪਰਮੇਸ਼ਰ ਵਾਹਿਗੁਰੂ ਨੂੰ ਇਹ ਜਾਣ ਕਰਕੇ ਆਉਂਦੇ ਕਿ ਉਹ ਸਾਰਿਆਂ 'ਚ ਸਮਾਇਆ ਹੋਇਆ, ਸਭ ਕੁਝ ਉਹਦੀ ਹੀ ਰਚਨਾ ਹੈ, ਉਹ ਆਪ ਹੀ ਸਾਰਿਆਂ ਥਾਵਾਂ ਤੇ ਵਿਆਪਕ ਹੈ। ਅਦਵੈਤ ਪੜ੍ਹ ਕੇ ਆਉਂਦੇ, ਦਵੈਤ ਤੇ ਕੋਈ ਵੀ ਪੜ੍ਹ ਸਕਦਾ ਹੈ। ਦਵੈਤ ਤੇ ਕਹਿੰਦੇ ਬੇਵਕੂਫ ਮਨੁੱਖ ਵੀ ਦੱਸੀ ਜਾਂਦਾ ਹੈ ਕਿ ਦਵੈਤ ਹੈ, ਰੱਬ ਕੁਝ ਹੋਰ ਹੈ ਤੇ ਮਨੁੱਖ ਕੁਝ ਹੋਰ ਹੈ, ਤੇ ਆਮ ਮਨੁੱਖ ਨੂੰ ਵੀ ਪਤਾ, ਇਸ ਗਰੀਬ ਨੂੰ ਵੀ ਪਤਾ ਹੈ। ਤੇ ਤੁਸੀਂ ਤੇ ਵਿਦਵਾਨ ਹੋ, ਤੇ ਵਿਦਵਾਨ ਨੇ ਜੇ ਦਵੈਤ ਹੀ ਕਥਨ ਕਰਨੀ ਹੈ ਤੇ ਫਿਰ ਵਿਦਵਾਨ ਦਾ ਤੇ ਆਮ ਬੇਸਮਝ ਬੰਦੇ ਦਾ ਕੀ ਫਰਕ ਰਹਿ ਗਿਆ। ਉਸ ਸਮੇਂ ਨੀਵੀਂ ਪਾ ਲਈ, ਕਹਿਣ ਲੱਗੇ ਜੇ ਪੜ੍ਹਨੀ ਹੈ ਤੇ ਅਦਵੈਤ ਜੋ ਪਰਮੇਸ਼ਰ ਵਾਹਿਗੁਰੂ ਹੈ, ਦਵੈਤ ਤੋਂ ਰਹਿਤ ਉਹਦੇ ਗਿਆਨ ਨੂੰ ਪੜ੍ਹਨਾ ਕਰੋ। ਅੱਜ ਮਹਾਰਾਜ ਜੀ ਵੀ ਸਾਨੂੰ ਅਦਵੈਤ ਹੀ ਭਾਈ ਪੜ੍ਹਾ ਰਹੇ ਹਨ ਕਿ ਕੀ ਹੈ ਉਹ ਪਰਮੇਸ਼ਰ ਵਾਹਿਗੁਰੂ, ਉਹਦਾ ਕੀ ਸੰਵਿਧਾਨ ਹੈ, ਉਹ ਕਿਵੇਂ ਸਾਰੇ ਸੰਸਾਰ 'ਚ ਵਿਚਰ ਰਿਹਾ ਹੈ। ਜਿਵੇਂ ਆਮ ਹੀ ਮਨ ਦੀ ਇਹ ਵਿਚਾਰ ਬਣ ਜਾਂਦੀ ਜੇ ਪਰਮੇਸ਼ਰ ਵਾਹਿਗੁਰੂ ਸਾਰਿਆਂ ਥਾਵਾਂ ਤੇ ਹੈ ਤੇ ਉਹ ਪੁੰਨੀ ਵੀ ਹੋਵੇਗਾ, ਉਹ ਫਿਰ ਪਾਪੀ ਵੀ ਹੋਵੇਗਾ, ਉਹ ਧਰਮੀ ਵੀ ਹੋਵੇਗਾ, ਕੁਕਰਮੀ ਵੀ ਹੋਵੇਗਾ। ਅੱਜ ਸਾਰੇ ਹੀ ਨਿਰਣੇ ਕਰ ਦੇਣਗੇ। ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਰਹਿਮਤ ਕਰ ਰਹੇ ਨੇ ਕਿਵੇਂ ਉਹ ਵਿਆਪਕ ਹੋ ਰਿਹਾ ਹੈ, ਕਿਵੇਂ ਸਾਰਿਆਂ ਥਾਵਾਂ ਤੇ ਬਿਰਾਜਮਾਨ ਹੈ। ਕਹਿੰਦੇ ਜਿਵੇਂ ਸਾਰੇ ਹੀ ਵਨਸਪਤੀ ਵਿੱਚ ਬਸੰਤਰ ਹੈ, ਇਸ ਤਰੀਕੇ ਨਾਲ ਸਮਝਾ ਕਰਕੇ ਵਿਦਵਾਨ ਕਹਿਣ ਲੱਗੇ ਭਾਈ ਮੂਰਖ ਵਾਹਿਗੁਰੂ ਮੂਰਖ ਬੰਦੇ ਦਾ ਯਕੀਨ ਨਾ ਕਰੋ, ਭਾਵੇਂ ਵਿਦਵਾਨ ਵੀ ਜਿਹੜਾ ਵਿਦਵਾਨ ਹੋ ਕਰਕੇ ਬੇਸਮਝੀ ਵਾਲੀਆਂ ਗੱਲਾਂ ਕਰੇ। ਕਹਿੰਦੇ ਜਿਵੇਂ ਚੰਦਨ ਨੂੰ ਰਗੜੀਏ ਤੇ ਉਹ ਚੋਂ ਵੀ ਅੱਗ ਹੀ ਨਿਕਲਦੀ, ਅੱਗ। ਜੇ ਚੰਦਨ ਨੂੰ ਵੀ ਘਸਾਉਣ ਲੱਗ ਪਓ, ਬਹੁਤਾ ਲੰਮਾ ਸਮਾਂ ਘਸਾਉਂਦੇ ਰਹੋ, ਉਹਦੇ ਅੰਦਰ ਵਾਲੀ ਅੱਗ ਪ੍ਰਗਟ ਹੋ ਆਉਂਦੀ ਹੈ। ਇਸ ਕਰਕੇ ਸਾਰੀ ਵਨਸਪਤੀ ਵਿੱਚ ਭਾਈ ਬਸੰਤਰ ਅਗਨੀ ਹੈ ਜੇ ਸਗਲ ਦੂਧ ਮਹਿ ਘੀਆ, ਤੇ ਸਗਲ ਦੂਧ ਸਾਰੇ ਦੁੱਧ ਦੇ ਵਿੱਚ ਜਿਹੜਾ ਗਾਵਾਂ ਮੱਝਾਂ ਪਾਸੋਂ ਪ੍ਰਾਪਤ ਹੋ ਰਿਹਾ ਹੈ, ਤੇ ਇਸ ਦੇ ਵਿੱਚ ਸਾਰੇ ਦੇ ਵਿੱਚ ਘਿਓ ਹੈ ਜੇ ਊਚ ਨੀਚ ਮਹਿ ਜੋਤ ਸਮਾਣੀ। ਇਵੇਂ ਹੀ ਇਹ ਪਹਿਲਾਂ ਦੋ ਪ੍ਰਮਾਣ ਦਿੱਤੇ ਹਨ। ਹੁਣ ਕਹਿੰਦੇ ਇਵੇਂ ਹੀ ਜਿੰਨੇ ਭਾਈ ਊਚ ਉੱਚਾ ਬ੍ਰਹਮਾ ਤੋਂ ਲੈ ਕਰਕੇ ਨੀਚ ਨਿੱਕੇ ਮੱਛਰ ਤੱਕ ਉਹ ਪਰਮੇਸ਼ਰ ਵਾਹਿਗੁਰੂ ਦੀ ਜੋਤ ਸਮਾਣੀ ਸਮਾਈ ਹੋਈ ਹੈ। ਉਹ ਸਾਰਿਆਂ ਥਾਵਾਂ ਦੇ ਉੱਤੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਹੈ। ਜਿਹੜਾ ਭਾਈ ਤਾਈਓ ਤੇ ਪੜ੍ਹਦੇ ਆ ਘਟ ਘਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ, ਟੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਉਹ ਭਾਈ ਕੀੜੀ ਤੋਂ ਲੈ ਕਰਕੇ ਵੱਡੇ ਹਾਥੀ ਤੱਕ, ਉੱਚਿਆਂ 'ਚ ਵੀ ਨੀਚ ਨੀਵਿਆਂ 'ਚ ਵੀ, ਊਚ ਉੱਚੀ ਜਾਤੀ ਵਾਲਿਆਂ 'ਚ ਵੀ, ਬਤਾ
ਲੱਗ ਜਾਵੇ ਕੇਵਲ ਮੇਰੇ ਵਿੱਚ ਹੀ ਪਰਮੇਸ਼ਰ ਵਾਹਿਗੁਰੂ ਵਰਤਦਾ, ਕੇਵਲ ਮੈਂ ਹੀ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਭਗਤੀ ਕਰ ਸਕਦਾ ਹਾਂ, ਦੂਸਰਾ ਨਹੀਂ ਕਰ ਸਕਦਾ। ਤਾਈਓ ਤੇ ਬਖਸ਼ਿਸ਼ ਕੀਤੀ ਹੈ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਉੱਚ ਉੱਚੀ ਜਾਤੀ ਵਾਲਿਆਂ 'ਚ ਵੀ, ਨੀਚ ਨੀਵਿਆਂ ਵਿੱਚ ਵੀ ਉਹ ਭਾਈ ਪਰਮੇਸ਼ਰ ਵਾਹਿਗੁਰੂ ਦੀ ਜੋਤ ਸਮਾਈ ਹੋਈ ਹੈ। ਸਾਰਿਆਂ ਥਾਵਾਂ ਤੇ ਇੱਕੋ ਜਿਹਾ ਉਹ ਪਰਮੇਸ਼ਰ ਵਾਹਿਗੁਰੂ ਪਰਿਪੂਰਨ ਹੋ ਰਿਹਾ ਹੈ, ਜਿਹਨੂੰ ਆਪਾਂ ਪੜ੍ਹਦੇ ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ, ਨਾ ਤੇ ਘਟਦਾ ਹੀ ਹੈ ਨਾ ਵੱਧਦਾ ਹੀ ਹੈ, ਇੱਕ ਸਮਾਨ ਉਹਦੀ ਜੋਤ ਪਰਚ ਰਹੀ ਹੈ ਜੇ। ਘਟ ਘਟ ਮਾਧੋ ਜੀਆ। ਸੋ ਉਹ ਪਰਮੇਸ਼ਰ ਵਾਹਿਗੁਰੂ ਭਾਈ ਘਟਾਂ ਘਟਾਂ ਦੇ ਅੰਦਰ ਵਸਿਆ ਹੋਇਆ ਹੈ। ਸੰਤੋ ਘਟ ਘਟ ਰਹਿਆ ਸਮਾਹਿਓ। ਇਹ ਸੰਤ ਜਣੋ ਉਹ ਪਰਮੇਸ਼ਰ ਵਾਹਿਗੁਰੂ ਘਟਾਂ ਘਟਾਂ ਦੇ ਵਿੱਚ, ਹਰ ਇੱਕ ਹਿਰਦੇ ਦੇ ਵਿੱਚ, ਘਟ ਹਰ ਸਰੀਰ ਦੇ ਵਿੱਚ ਉਹ ਸਮਾਇਆ ਹੋਇਆ ਹੈ। ਜਿੱਥੇ ਕਿੱਥੇ ਵੀ ਵੇਖਦੇ ਹਾਂ, ਜਿਤਨੀ ਵਨਸਪਤੀ ਹੈ ਉਹਦੇ ਅੰਦਰ ਵੀ ਉਹ ਪਰਮੇਸ਼ਰ ਵਾਹਿਗੁਰੂ ਵਸਿਆ ਹੋਇਆ ਹੈ। ਜਿਤਨੇ ਭਾਈ ਇਹ ਜੀਵ ਜੰਤਨ ਉਹਨਾਂ ਵਿੱਚ ਵੀ ਉਹ ਵਸਿਆ ਹੋਇਆ। ਇੱਕ ਤਾਈਓ ਹੀ ਤੇ ਆਪਾਂ ਗੁਰੂ ਕੀ ਬਾਣੀ 'ਚ ਪੜ੍ਹਦੇ, ਕਰਤਾ ਪੁਰਖ, ਕਰਤਾ ਕ੍ਰੀਏਟਰ ਵੀ ਇਸ ਦਾ, ਰਚਨਹਾਰ ਵੀ ਪਰਮੇਸ਼ਰ ਵਾਹਿਗੁਰੂ ਆਪ ਹੈ। ਪੁਰਖ ਪੂਰਿਆ ਹੋਇਆ ਵੀ ਇਹਦੇ ਵਿੱਚ ਆਪ ਅਕਾਲ ਪੁਰਖ ਵਾਹਿਗੁਰੂ ਹੈ। ਹੁਣ ਤੇ ਵਿਗਿਆਨੀਆਂ ਨੇ ਵੀ ਮੰਨ ਲਿਆ। ਆ ਜਦੋਂ ਦੀ ਜੇਮਸ ਨਾਮੀ ਜਿਹੜੀ ਹੈ, ਇਹਨਾਂ ਨੇ ਦੂਰਬੀਨ ਜਿਹੜੀ ਉਹਦਾ ਆਗਾਜ਼ ਕੀਤਾ, ਉਹਦੇ ਰਾਹੀਂ ਹੋਰਨਾਂ ਪਾਸਿਆਂ ਦੀਆਂ ਫੋਟੋਆਂ ਖਿੱਚ ਖਿੱਚ ਕੇ ਬੜੇ ਖੁਸ਼ ਹੋ ਰਹੇ ਨੇ ਕਿ ਵਿਗਿਆਨ ਨੇ ਬੜੀ ਤਰੱਕੀ ਕਰ ਲਈ। ਤੇ ਨਾਲ ਨਾਲ ਇਹ ਵੀ ਮੰਨਣ ਡੈ ਪਏ ਨੇ ਵੀ ਕੋਈ ਕ੍ਰੀਏਟਰ ਹੈ, ਕੋਈ ਹੈ ਜਿਹਦੀ ਇਹ ਸਾਰੀ ਕਰੈਕਸ਼ਨ, ਇਹ ਸਾਰੀ ਜਿਹੜੀ ਸ੍ਰਿਸ਼ਟੀ ਹੈ ਜਿਹਦੀ ਰਚੀ ਹੋਈ ਹੈ। ਵੱਖੋ ਵੱਖਰੇ ਖੰਡ ਬ੍ਰਹਿਮੰਡ ਜਿਸ ਦੇ ਰਚੇ ਹੋਏ ਹਨ। ਤੇ ਗੁਰਸਿੱਖੋ ਕਿੰਨੇ ਕਰਮਾਂ ਵਾਲੇ, ਕਿੰਨੀ ਬਖਸ਼ਿਸ਼ ਸਾਡੇ ਤੇ ਸਤਿਗੁਰੂ ਸਾਹਿਬ ਜੀ ਨੇ ਕੀਤੀ ਹੈ। ਉਹ ਆਪ ਮੰਨਣ ਲੱਗ ਪਏ ਨੇ। ਕਹਿੰਦੇ ਵਿਗਿਆਨੀ ਇਹ ਮੰਨ ਗਏ ਨੇ ਕਿ 5% ਹੀ ਅਜੇ ਅਸੀਂ ਜਾਣਿਆ, 5%। ਤੇ ਗੁਰਮੁਖ ਪਿਆਰੇ ਵਿਦਵਾਨਾਂ ਨੇ ਇਸ ਬਾਬਤ ਬੜਾ ਸੁੰਦਰ ਨਿਰਣਾ ਕੀਤਾ ਹੈ। ਭਾਈ ਗੁਰਦਿਆਲ ਸਿੰਘ ਜੀ ਗੁਰਮੁਖ, ਉਹਨਾਂ ਨਾਲ ਬਚਨ ਹੋ ਰਿਹਾ ਸੀ ਕਿ 5% ਵਿਗਿਆਨੀ ਮੰਨਦੇ ਨੇ, ਤੇ ਉਹਨਾਂ ਗੁਰਮੁਖਾਂ ਨੇ ਬੜਾ ਸੁੰਦਰ ਬਚਨ ਕੀਤਾ। ਕਹਿਣ ਲੱਗੇ ਕਿ ਇਹ 5% ਤੇ ਤਾਂ ਦੱਸ ਸਕਦੇ ਜੇ ਇਹਨਾਂ ਨੂੰ ਪਤਾ ਲੱਗੇ ਕਿ 100% ਹੋਇਆ ਕਿੰਨਾ। ਵੀ ਜਿਸ ਨੂੰ ਇਹ ਪਤਾ ਹੋਵੇ ਕਿ 100 ਪੂਰਾ ਕਿੰਨਾ ਹੈ, 5 ਤੇ ਉਹ ਦੱਸਦਾ ਨਾ ਮੈਨੂੰ 5% ਪਤਾ ਲੱਗ ਗਿਆ, ਜਾਂ ਮੈਂ 20%, ਜੇ ਇਵੇਂ ਮੰਨ ਲਈਏ ਹੋਰ ਪ੍ਰਮਾਣ ਦੇ ਲਈਏ ਕਿ 100 ਪੰਨਿਆਂ ਦੀ ਕਿਤਾਬ ਹੋਵੇ, ਜਿੰਨੇ 20 ਪੜ੍ਹੇ ਹੋਣ ਇਹ ਕਹਿ ਸਕਦਾ ਮੈਂ 20 ਪੰਨੇ ਪੜ੍ਹ ਲਏ, 80 ਬਾਕੀ ਨੇ। ਪਰ ਜਿਹਨੂੰ ਪਤਾ ਹੀ ਨਹੀਂ ਕਿ ਇਹ ਪੁਸਤਕ ਕਿੱਡੀ ਕੁ ਵੱਡੀ ਹੈ, ਕਿਹੋ ਜੀ ਹੈ। ਮਹਾਰਾਜ ਕਹਿੰਦੇ ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਬਾਤ, ਸਹਸ 18 ਹੈ ਕਹਿਣ ਕਤੇਬਾ, ਅਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀ ਹੈ, ਲੇਖੇ ਹੋਏ ਵਿਨਾਸ਼। ਭਾਈ ਉਹਦਾ ਲੇਖਾ ਕੋਈ ਗਿਣਤੀ ਹੋਵੇ ਤਾਂ ਹੀ ਲਿਖੀ ਜਾ ਸਕਦੀ ਹੈ ਨਾ। ਉਹ ਕੀ ਹੈ? ਅਸੰਖ, ਅਸੰਖ ਦੀ ਗਿਣਤੀ ਮਹਾਰਾਜ ਜੀ ਨੇ ਲਿਖ ਦਿੱਤੀ। ਲੱਖ ਪਾਤਾਲਾ ਪਾਤਾਲ, ਲੱਖ ਆਗਾਸਾ ਆਗਾਸ। ਉਹ ਗਿਣਤੀ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ। ਕੀ ਕਿਹਾ ਜਾ ਸਕਦਾ ਹੈ? ਵੱਡੇ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਮਹਾਂਪੁਰਖ ਕਹਿੰਦੇ ਭਾਈ ਲੋਕ ਕਹਿੰਦੇ ਵਿਗਿਆਨ ਦੀ ਤਰੱਕੀ ਹੈ, ਪਰ ਵਿਗਿਆਨ ਨੇ ਅਜੇ ਕੁਦਰਤ ਦਾ ਇੱਕ ਲੜ ਚੁੱਕ ਕੇ, ਇੱਕ ਪੰਨਾ ਚੁੱਕ ਕੇ ਨਹੀਂ ਵੇਖਿਆ। ਇੱਕ ਪੰਨਾ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ 5% ਗਿਆਨ ਹੋ ਗਿਆ। ਨਹੀਂ ਭਾਈ, ਅਜੇ ਤੇ 1% ਦਾ ਕੁਝ ਹਿੱਸਾ ਵੀ ਨਹੀਂ ਜਾਣ ਸਕੇ। 1% ਨੂੰ ਵੀ ਜੇ 100 ਭਾਗਾਂ 'ਚ ਵੰਡੀਏ ਤੇ ਉਹਦੇ ਵਿੱਚੋਂ ਵੀ ਗਾਂਹ ਜਾ ਕੇ ਕਿਤੇ ਥੋੜਾ ਜਿਹਾ, ਇੱਕ ਹਿੱਸੇ ਦੇ ਵਿੱਚੋਂ ਵੀ ਕਿਤੇ ਥੋੜਾ ਜਿਹਾ ਜਾ ਕਰਕੇ ਲੱਭਾ, ਜਿਹਨੂੰ ਆਪਾਂ ਵਿਗਿਆਨ ਦੀ ਤਰੱਕੀ ਮੰਨੀ ਜਾ। ਧੰਨ ਸਤਿਗੁਰੂ ਸਾਹਿਬ ਜੀ ਜਿਨ੍ਹਾਂ ਨੇ ਸਾਡੇ ਤੇ ਸਾਰੀਆਂ ਬਖਸ਼ਿਸ਼ਾਂ ਕਰ ਦਿੱਤੀਆਂ, ਸਾਡੇ ਤੇ ਸਾਰੀਆਂ ਰਹਿਮਤਾਂ ਕਰ ਦਿੱਤੀਆਂ, ਇੰਨੀ ਵੱਡੀ ਦਿਆਲਤਾ ਕੀਤੀ। ਅਜੇ ਵਿਗਿਆਨੀ ਇਹੋ ਹੀ ਮੰਨੀ ਜਾਂਦੇ ਕਿ ਸੂਰਜ ਸਥਿਰ ਹੈ, ਤੇ ਗੁਰਦੇਵ ਸਾਡੇ ਤੇ ਬਖਸ਼ਿਸ਼ ਕਰ ਗਏ ਨੇ। ਪਹਿਲਾਂ ਹੀ ਦੱਸ ਦਿੱਤਾ, ਕਿਸੇ ਦਿਨ ਇਹਨਾਂ ਨੂੰ ਵੀ ਪਤਾ ਲੱਗ ਜਾਵੇਗਾ। ਮਹਾਰਾਜ ਕਹਿੰਦੇ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕਹੋ ਕਰੋੜੀ ਚਲਤ ਅਨੰਤ। ਕਹਿੰਦੇ ਕਰੋੜਾਂ ਹੀ ਚੱਕਰਾਂ ਵਿੱਚ ਲੱਗੇ ਹੋਏ ਨੇ, ਚੱਲਦਿਆਂ ਨੂੰ ਅੰਤ ਹੀ ਨਹੀਂ। ਉਹ ਪਰਮੇਸ਼ਰ ਵਾਹਿਗੁਰੂ ਦੀ ਭੈ ਭਾਵਨੀ 'ਚ ਚੱਲੀ ਜਾਂਦੇ ਹਨ। ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ, ਜਿਹਦੀ ਏਡੀ ਵੱਡੀ ਭਾਈ ਸਾਜੀ ਹੋਈ ਸ੍ਰਿਸ਼ਟੀ ਹੈ, ਵੇਖੋ ਉਹਦੀ ਕੀ ਬਖਸ਼ਿਸ਼ ਹੈ। ਉਹ ਸਾਰੀ ਸ੍ਰਿਸ਼ਟੀ ਨੂੰ ਰਚ ਕਰਕੇ
ਇੰਨੀਆਂ ਧਰਤੀਆਂ, ਇੰਨੇ ਪਾਤਾਲ ਆਕਾਸ਼ ਬਣਾ ਕਰਕੇ ਫਿਰ ਸਾਰਿਆਂ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ। ਤਾਂ ਹੀ ਉਹਨਾਂ ਨੂੰ ਦਿਸ ਪਿਆ ਨਾ ਕਿ ਸਾਰਿਆਂ ਥਾਵਾਂ ਤੇ ਕੋਈ ਅਜਿਹੀ ਸ਼ਕਤੀ ਹੈ ਜਿਹੜੀ ਇਸ ਸਾਰੇ ਨੂੰ ਇਕੱਠੀ ਕਰਕੇ ਰੱਖ ਰਹੀ, ਸਾਰਿਆਂ ਵਿੱਚ ਉਹ ਵਸਿਆ ਹੋਇਆ ਹੈ, ਸਾਰਿਆਂ ਵਿੱਚ ਸਮਾਇਆ ਹੋਇਆ ਹੈ ਜੀ। ਪੂਰਨ ਪੂਰ ਰਹਿਓ ਸਰਬ ਮਹਿ। ਕਹਿੰਦੇ ਉਹ ਪੂਰਨ ਪਰਮੇਸ਼ਰ ਵਾਹਿਗੁਰੂ ਪੂਰ ਰਿਹਾ ਹੈ ਸਾਰਿਆਂ ਦੇ ਵਿੱਚ, ਨਿੱਕੇ ਜੀਵਾਂ ਤੋਂ ਲੈ ਕਰਕੇ ਵੱਡਿਆਂ ਤੱਕ ਜੇ। ਜਲ ਥਲ ਰਮਈਆ ਆਹਿਓ। ਕਿੱਥੋਂ ਤੱਕ ਜੀ? ਕਹਿੰਦੇ ਜਲ ਦੇ ਵਿੱਚ ਵੀ ਤੇ ਥਲ ਧਰਤੀ ਦੇ ਉੱਤੇ ਵੀ। ਜਲ ਦੇ ਜੀਆਂ ਵਿੱਚ ਵੀ ਉਹ ਪਰਮੇਸ਼ਰ ਵਾਹਿਗੁਰੂ ਆਪ ਹੀ ਵਾਸਾ ਕਰ ਰਿਹਾ, ਆਪ ਹੀ ਵਾਸਾ। ਜਿਤਨੇ ਜੀ ਜਲ ਦੇ ਵਿੱਚ ਰਹਿ ਰਹੇ ਹਨ ਉਹਨਾਂ ਵਿੱਚ ਵੀ ਉਹ ਪਰਮੇਸ਼ਰ ਦਾ ਵਾਸਾ ਹੈ ਜੀ। ਰਹਾਉ ਬਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਗੁਣ ਨਿਧਾਨ ਨਾਨਕ ਜਸ ਗਾਵੇ। ਕਹਿੰਦੇ ਭਾਈ ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਦੇ, ਗੁਰਦੇਵ ਕਹਿੰਦੇ ਸਾਨੂੰ ਤੇ ਵੱਡੇ ਸਤਿਗੁਰੂ ਸਾਹਿਬਾਨਾਂ ਨੇ ਇਹੋ ਹੀ ਬਖਸ਼ਿਸ਼ ਕੀਤੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਆਪਣੀ ਰਸਨਾ ਦੁਆਰਾ ਗੁਣ ਗਾਇਆ ਕਰ। ਜੋ ਨਿਧਾਨ ਨਖੁੱਟ ਖਜ਼ਾਨਾ ਹੈ ਉਹਦੇ ਗੁਣ ਅਸੀਂ ਵੀ ਗਾਉਂਦੇ ਹਾਂ। ਉਹ ਜੋ ਐਸਾ ਪਰਮੇਸ਼ਰ ਵਾਹਿਗੁਰੂ ਜਿਹਨੂੰ ਨੇਤ ਨੇਤ ਬਣ ਤ੍ਰਿਣ ਕਹਿਤ, ਜਿਹਨੂੰ ਨੇਤ ਨੇਤ ਕਰਕੇ, ਸੋ ਜਿਹਨੂੰ ਭਾਈ ਸਾਰਿਆਂ ਨੂੰ ਇਹੋ ਹੀ ਕਹਿਣਾ ਬਣ ਆਉਂਦਾ ਹੈ ਕਿ ਇਹ ਪਰਮੇਸ਼ਰ ਵਾਹਿਗੁਰੂ ਨਮਸਕਾਰ ਹੈ, ਆਪ ਜੀ ਨੂੰ ਨਮਸਕਾਰ ਹੈ। ਅਨੰਤ ਕੋ ਚਾਹਣ ਜੇ ਗਏ ਸੇ ਆਏ ਅਨੰਤ ਗਵਾਏ। ਜਿਹੜੇ ਭਾਈ ਉਹ ਪਰਮੇਸ਼ਰ ਵਾਹਿਗੁਰੂ ਨੂੰ ਲੱਭਣ ਗਏ, ਭਾਲਣ ਗਏ ਕਿ ਅਸੀਂ ਲੱਭ ਲਈਏ ਇਹਦਾ ਸਿਰਾ ਕੀ ਹੈ, ਉਹਦੇ ਵਿੱਚ ਹੀ ਸਮਾ ਗਏ। ਕਹਿਣੇ ਵਾਲੇ ਤੇਰੇ ਰਹੇ ਸਮਾਏ। ਉਹਦਾ ਸਰੂਪ ਹੋ ਕਰਕੇ ਜਾਂ ਇਹੋ ਹੀ ਕਹਿਣਾ ਪਿਆ ਨਹੀਂ ਭਾਈ, ਉਹਨੂੰ ਨਮਸਕਾਰ ਨਮਸਕਾਰ ਹੀ ਹੈ, ਕੀ ਦੱਸ ਸਕਦੇ ਹਾਂ। ਸੋ ਐਸੀ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਗੁਣ ਨਿਧਾਨ ਨਾਨਕ ਜਸ ਗਾਵੇ। ਉਸ ਨਕੁੱਟ ਖਜ਼ਾਨਾ ਜੋ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਹੈ, ਜਿਹਨੂੰ ਭਾਈ ਕਿਹਾ ਨਹੀਂ ਜਾ ਸਕਦਾ ਜ਼ਬਾਨ ਦੁਆਰਾ, ਸੋ ਉਹਦਾ ਆਨੰਦ ਹੀ ਮਾਣਿਆ ਜਾ ਸਕਦਾ ਹੈ, ਆਨੰਦ ਹੀ। ਜੇ ਕੋਈ ਆਖੇ ਕਿ ਮੈਂ ਇੰਨੀ ਉਸ ਦੀ ਉਸਤਤ ਕਰਾਂ ਤੇ ਉਹ ਖੁਸ਼ ਹੋ ਜਾਵੇਗਾ, ਨਹੀਂ ਭਾਈ, ਉਹਦੀ ਸੋਭਾ ਦਾ ਅੰਤ ਨਹੀਂ ਹੈ। ਕਹਿਣ ਵਾਲਿਆਂ ਦੇ ਸੋ ਐਸਾ ਸੁਭਾਅ ਮਹਾਰਾਜ ਜੀ ਨੇ ਬਣਾ ਦਿੱਤਾ, ਰੋਜ਼ ਨਿਤ ਨਵੇਂ ਨਾਮ ਪਰਮੇਸ਼ਰ ਦੇ ਲਈ ਜਾਂਦੇ, ਉਹਦੇ ਨਾਵਾਂ ਦਾ ਹੀ ਅੰਤ ਨਹੀਂ ਹੈ। ਐਸਾ ਜਿਹਦਾ ਨਖੁੱਟ ਖਜ਼ਾਨਾ, ਉਹਦੇ ਗੁਣਾਂ ਨੂੰ ਗਾਉਣਾ ਕਰੋ। ਸਤਿਗੁਰ ਭਰਮ ਚੁਕਾਇਓ। ਕਹਿੰਦੇ ਮਹਾਰਾਜ ਜੀ ਨੇ ਇਹ ਭਰਮ ਜਿਹੜਾ ਚੁਕਾ ਦਿੱਤਾ ਸਾਰੇ ਦਾ ਸਾਰਾ। ਜੇ ਗੁਰਸਿੱਖਾ ਗੁਰੂ ਕੀ ਬਾਣੀ ਨਾਲ ਜੁੜੇਗਾ ਤੇਰੇ ਭਰਮ ਵੀ ਚੁੱਕੇ ਜਾਣਗੇ। ਸੋ ਜਿਹੜੇ ਭਰਮ ਪਏ ਹੋਣਗੇ, ਖਬਰੇ ਮੈਂ ਇਸ ਸੰਸਾਰ ਤੋਂ ਮੁਕਤ ਹੋਣਾ ਜਾਂ ਨਹੀਂ ਹੋਣਾ, ਖਬਰੇ ਮੇਰੇ ਤੇ ਮਹਾਰਾਜ ਜੀ ਦਿਆਲਤਾ ਕਰਨਗੇ ਤੇ ਨਹੀਂ ਕਰਨਗੇ। ਭਾਈ ਗੁਰਸਿੱਖਾ ਉਹ ਤੇ ਸਤਿਗੁਰੂ ਸਾਹਿਬ ਜੀ ਐਸੇ ਹਨ, ਐਸੀ ਦਿਆਲਤਾ ਦੇ ਘਰ ਵਿੱਚ ਵਰਤਣ ਵਾਲੇ ਹਨ। ਉਹਨਾਂ ਨੂੰ ਤੇ ਸੱਜਣ ਠੱਗ ਦੇ ਅੰਦਰ ਵੀ ਗੁਰਮੁਖ ਦਿਸਦਾ ਹੈ, ਸੱਜਣ ਠੱਗ ਦੇ ਅੰਦਰ ਵੀ। ਮਹਾਰਾਜ ਜੀ ਨੂੰ ਪੁੱਛ ਲਿਆ ਨਾ ਸਿੱਧਾ ਨੇ, ਮਹਾਰਾਜ ਕੀ ਕਰਨ ਚੱਲੇ ਜੇ, ਕਿੱਧਰ ਫਿਰਦੇ ਜੇ? ਗੁਰਦੇਵ ਜੀ ਨੇ ਇਹ ਨਹੀਂ ਕਿਹਾ ਕਿਤੇ ਵੀ ਕਿ ਮੈਂ ਗੁਰਮੁਖ ਬਣਾਉਣ ਲਈ ਚੱਲਿਆ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਗੁਰਮੁਖ ਖੋਜਤ ਭਏ ਉਦਾਸੀ। ਮਹਾਰਾਜ ਕਹਿੰਦੇ ਗੁਰਮੁਖਾਂ ਨੂੰ ਖੋਜਦੇ ਲੱਭਦੇ ਫਿਰਦੇ ਅਸੀਂ ਉਦਾਸ ਮਤ ਧਾਰਨ ਕੀਤਾ। ਮਹਾਰਾਜ ਜੀ ਗੁਰਮੁਖ ਕਿੱਥੋਂ ਲੱਭੋਗੇ? ਜੇ ਅੱਜ ਕੱਲ੍ਹ ਵਰਗੇ ਸਿੱਖ ਹੁੰਦੇ, ਇਹਨਾਂ ਨੇ ਕੈਮਰੇ ਲੈ ਕੇ ਮਹਾਰਾਜ ਜੀ ਨੂੰ ਖਿਲਾਰ ਲੈਣਾ ਸੀ। ਮਹਾਰਾਜ ਜਿੱਧਰ ਨੂੰ ਤੁਸੀਂ ਤੁਰੇ ਜਾਂਦੇ ਜੇ ਨਾ, ਤੁਸੀਂ ਤੇ ਬਚਨ ਕੀਤਾ ਸੀ ਕਿ ਤੁਸੀਂ ਗੁਰਮੁਖ ਲੱਭਦੇ ਫਿਰਦੇ ਜੇ, ਗੁਰਮੁਖਾਂ ਦੀ ਖੋਜ ਕਰਦੇ ਜੇ। ਤੇ ਮਹਾਰਾਜ ਜਿੱਧਰ ਤੁਸੀਂ ਜਾਂਦੇ ਜੇ ਨਾ, ਇੱਧਰ ਭੂਮੀਏ ਚੋਰ ਦਾ ਪਿੰਡ ਹੈ, ਭੂਮੀਏ ਚੋਰ ਦਾ ਬੜਾ ਮਸ਼ਹੂਰ ਚੋਰ ਹੈ। ਇਹ ਤੇ ਸਾਰਾ ਹੀ ਚੋਰਾਂ ਦਾ ਪਿੰਡ ਹੈ, ਇੱਥੇ ਤੁਹਾਨੂੰ ਗੁਰਮੁਖ ਕਿਵੇਂ ਲੱਭ ਜਾਣਗੇ? ਇਹ ਤੇ ਗੁਰਦੇਵ ਸਤਿਗੁਰੂ ਸਾਹਿਬ ਜੀ ਦੀ ਨਜ਼ਰ ਹੈ ਨਾ, ਜਿਹਨੂੰ ਆਪਾਂ ਪੜ੍ਹਦੇ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਇਹ ਸਤਿਗੁਰੂ ਸਾਹਿਬ ਜੀ ਦੀ ਨਜ਼ਰ ਹੈ। ਉਹਨਾਂ ਨੂੰ ਭੂਮੀਏ ਦੇ ਹਿਰਦੇ 'ਚ ਬੈਠਾ ਵੀ ਗੁਰਮੁਖ ਦਿਸਦਾ। ਆਪਾਂ ਮੰਨਣਾ ਹੀ ਨਹੀਂ ਸੀ, ਮਹਾਰਾਜ ਨਹੀਂ ਇਹ ਕਿਵੇਂ ਹੋ ਸਕਦਾ ਹੈ? ਚੋਰਾਂ ਦੇ ਨਗਰ ਤੁਹਾਡਾ ਸਾਧਾਂ ਦਾ ਜਾਣ ਦਾ ਕੰਮ ਨਹੀਂ। ਮਹਾਰਾਜ ਕਹਿੰਦੇ ਅਸੀਂ ਤੇ ਭਾਈ ਗੁਰਮੁਖਤਾ ਹੀ ਲੱਭਣਾ ਹੈ। ਜਿਹੜੇ ਐਸੇ ਸਤਿਗੁਰੂ ਸਾਹਿਬ ਹਨ, ਉਹਨਾਂ ਨੇ ਭਾਈ ਸਾਰੇ ਭਰਮੀ ਚੁਕਾ ਦਿੱਤੇ। ਉਹਨਾਂ ਨੂੰ ਸੱਜਣ ਦੇ ਅੰਦਰੋਂ ਵੀ ਗੁਰਮੁਖ ਦਿਸਦਾ ਹੈ, ਉਹਦੇ ਅੰਦਰ ਵੀ ਗੁਰਮੁਖ ਭਾਵ ਪ੍ਰਗਟ ਕਰਨ ਵਾਲੇ, ਭੂਮੀਏ ਚੋਰ ਦੇ ਅੰਦਰ ਗੁਰਮੁਖ ਭਾਵ ਪ੍ਰਗਟ ਕਰਨ ਵਾਲੇ,
ਉਹ ਸਤਿਗੁਰੂ ਸਾਹਿਬ ਜੀ ਰਹਿਮਤ ਦੇ ਘਰ ਵਿੱਚ ਆਏ। ਵਾਲੀ ਕੰਧਾਰੀ ਵਰਗੇ ਹੰਕਾਰੀਆਂ ਦੇ ਅੰਦਰੋਂ ਵੀ ਗੁਰਮੁਖਤਾਈ ਪ੍ਰਗਟ ਕਰਨ ਵਾਲੇ ਸਤਿਗੁਰੂ ਸਾਹਿਬ, ਉਹਨਾਂ ਨੇ ਸਾਰੇ ਹੀ ਭਰਮ ਚੁਕਾ ਦਿੱਤੇ, ਸਾਰੇ ਦੇ ਸਾਰੇ। ਜਿਵੇਂ ਕਿ ਇਹ ਗੁਰਮੁਖ ਪਿਆਰੇ ਸੰਗਤ ਵਿੱਚ ਰਹਿ ਕਰਕੇ ਗੁਰਸਿੱਖੋ ਬੜੀਆਂ ਚੀਜ਼ਾਂ ਹਰ ਰੋਜ਼ ਪ੍ਰਾਪਤ ਹੁੰਦੀਆਂ ਨੇ। ਸੋ ਸਿੱਖ ਕੌਮ ਦੇ ਪ੍ਰਚਾਰਕ ਨੇ ਭਾਈ ਸੁਖਵਿੰਦਰ ਸਿੰਘ ਜੀ ਰਟੌਲ, ਉਹਨਾਂ ਨੇ ਬਚਨ ਬਲਾਸ ਕਰਦਿਆਂ ਇੱਕ ਬੜਾ ਸੁੰਦਰ ਬਚਨ ਦੱਸਿਆ। ਕਹਿਣ ਲੱਗੇ ਸਿੱਖਾਂ ਨੂੰ ਭਰਮ ਪਿਆ ਕਿ ਅਸੀਂ ਥੋੜੇ ਜਿਹੇ ਹਾਂ, ਸਾਡੀ ਗਿਣਤੀ ਬੜੀ ਘੱਟ ਹੈ, ਅਸੀਂ ਗਿਣਤੀ ਵਿੱਚ ਬੜੇ ਘੱਟ ਹਾਂ। ਕਹਿੰਦੇ ਭਰਮ ਇਹ ਹੈ ਕਿ ਸਿੱਖ ਭੁੱਲ ਗਏ ਨੇ ਕਿ ਮਹਾਰਾਜ ਜੀ ਨੇ ਬਚਨ ਕੀਤਾ ਸੀ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੇ ਖਾਲਸਾ ਹੈ ਕੌਣ ਹੈ? ਖਾਲਸਾ ਅਕਾਲ ਪੁਰਖ ਕੀ ਫੌਜ। ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਸਾਜੀ ਹੋਈ ਫੌਜ ਹੈ ਖਾਲਸਾ। ਤੇ ਕਹਿੰਦੇ ਜੇ ਆਪਾਂ ਫੌਜਾਂ ਦੀ ਗਿਣਤੀ ਕਰੀਏ, ਕਿਸੇ ਕੋ 20 ਲੱਖ, ਕਿਸੇ ਦੇਸ਼ ਕੋ 16 ਲੱਖ, ਕਿਸੇ ਕੋ 25 ਲੱਖ, ਬੜੀ ਜ਼ਿਆਦਾ ਹੋਵੇਗੀ ਕਹਿੰਦੇ 30 ਲੱਖ ਹੋਵੇਗੀ ਕਿਸੇ ਦੇ ਪਾਸ। ਕਹਿੰਦੇ ਪਰ ਖਾਲਸੇ ਦੀ ਗਿਣਤੀ ਤੇ ਆਪੇ ਮੰਨੀ ਜਾਂਦੇ ਕਿ ਅਸੀਂ 2.25 ਕਰੋੜ ਹੈ, ਥੋੜੇ ਜਿਹੇ। ਕਹਿਣ ਲੱਗੇ ਜਿਹੜੀ ਫੌਜ ਹੋਵੇ, ਜਿਸ ਦੇਸ਼ ਕੋ ਏਡੀ ਵੱਡੀ ਆਰਮੀ ਹੋਵੇ, ਕਹਿੰਦੇ ਉਹ ਮਿਨੋਰਟੀ ਕਿਵੇਂ ਹੋ ਸਕਦਾ ਹੈ? ਖਾਲਸਾ ਖੁਦ ਖੁਦਾ ਹੈ, ਖਾਲਸਾ ਖੁਦਾ ਦੀ ਸਾਜੀ ਹੋਈ ਫੌਜ ਹੈ। ਤੇ ਜੇ ਆਪਾਂ ਇਹਨੂੰ ਘਟਾ ਵੀ ਲਈਏ, ਵਿੱਚੋਂ ਬੱਚੇ ਬੀਬੀਆਂ 1 ਕਰੋੜ ਦੇ ਲਾਗੇ ਬੰਨੇ ਕੱਢ ਦਵੋ, ਫਿਰ ਕਰੋੜ ਬਚ ਗਏ। ਜੇ ਉਹਨੂੰ ਵੀ ਘਟਾ ਲਓ, 50 ਲੱਖ ਹੋ ਗਏ, ਤੇ ਫਿਰ ਵੀ ਖਾਲਸੇ ਦੀ ਫੌਜ ਸਾਰਿਆਂ ਨਾਲੋਂ ਵੱਡੀ ਹੈ ਨਾ, ਕਿਸੇ ਨਾਲੋਂ ਛੋਟੀ ਤੇ ਨਹੀਂ। ਇਸ ਕਰਕੇ ਚੜ੍ਹਦੀ ਕਲਾ ਦਾ ਸੰਕਲਪ ਸਤਿਗੁਰੂ ਸਾਹਿਬ ਜੀ ਨੇ ਦਿੱਤਾ, ਸਾਰੇ ਭਰਮ ਮੁਕਾ ਦਿੱਤੇ। ਇਹ ਕਹਿ ਦਿੱਤਾ, ਹੇ ਗੁਰਸਿੱਖਾ ਅਸੀਂ ਤੇਰੇ ਨਾਲ ਸਦਾ ਅੰਗ ਸੰਗੇ ਅਭੰਗ ਵਿਭੂਤੇ, ਸਦਾ ਤੇਰੇ ਨਾਲ ਹਾਂ। ਇਸ ਕਰਕੇ ਖਾਲਸਾ ਖੁਦਾ ਸਾਜ ਦਿੱਤਾ ਹੈ। ਇਹ ਖਾਲਸਾ ਅਕਾਲ ਪੁਰਖ ਕੀ ਫੌਜ ਹੈ, ਅਕਾਲ ਪੁਰਖ ਕੀ ਫੌਜ। ਪਰਮੇਸ਼ਰ ਵਾਹਿਗੁਰੂ ਨੇ ਇਹ ਵੀ ਭਰਮ ਚੁਕਾ ਦਿੱਤਾ ਹੈ। ਅਥਵਾ ਜਿਹੜੇ ਹੋਰ ਭਰਮ ਪਏ ਹੋਏ ਸਨ, ਉਹ ਵੀ ਸਾਰੇ ਚੁੱਕ ਦਿੱਤੇ ਹਨ। ਸਰਬ ਨਿਵਾਸੀ ਸਦਾ ਅਲੇਪਾ। ਤੇ ਮਹਾਰਾਜ ਜੇ ਉਹ ਸਾਰਿਆਂ ਥਾਵਾਂ ਤੇ ਵਸਦਾ ਹੈ ਤੇ ਫਿਰ ਉਹ ਪਾਪੀ ਪੁੰਨੀ ਹੋਵੇਗਾ? ਕਹਿੰਦੇ ਨਹੀਂ, ਵਸਦਾ ਸਾਰਿਆਂ ਵਿੱਚ ਹੈ ਪਰ ਅਲੇਪ ਹੈ। ਪਾਪ ਪੁੰਨਾਂ ਤੋਂ ਪਰੇ ਪਰਮੇਸ਼ਰ ਵਾਹਿਗੁਰੂ ਹੈ ਸਾਰਿਆਂ ਦੇ ਅੰਦਰ, ਪਰ ਸਾਰਿਆਂ ਤੋਂ ਭਿੰਨ ਹੋ ਕਰਕੇ ਵਿਚਰ ਰਿਹਾ। ਕਿਸੇ ਨਾਲ ਮਰਦਾ ਨਹੀਂ, ਕਿਸੇ ਨਾਲ ਜੰਮਦਾ ਨਹੀਂ। ਕਿਸੇ ਜੇ ਉਹ ਭਾਈ ਮਰਦਾ ਤੇ ਜੰਮਦਾ ਹੋਵੇ, ਫਿਰ ਤੇ ਜਿਹੜੇ ਜਾਤੀ ਵਾਲੇ ਕੋਈ ਕਹਿਣਗੇ ਸਾਡਾ ਰੱਬ, ਅਸੀਂ ਰੱਬ ਹੋ ਗਏ, ਸਾਡੇ ਰੱਬ ਵਰਗੇ ਸਾਰੇ ਲੱਛਣ ਨੇ, ਰੱਬ ਸਾਡੇ ਨਾਲ ਜੰਮਿਆ, ਸਾਡੇ ਨਾਲ ਮਰ ਗਿਆ। ਸਾਰਿਆਂ ਤੋਂ ਅਲੇਪ ਹੈ ਪਰਮੇਸ਼ਰ ਵਾਹਿਗੁਰੂ। ਉਹ ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਵੀ ਇਹਨਾਂ ਪਾਪਾਂ ਪੁੰਨਾਂ ਤੋਂ ਪਰੇ ਹੈ ਜੇ। ਸਭ ਮਹਿ ਰਹਿਆ ਸਮਾਇ, ਪਰ ਸਮਾਇਆ ਸਾਰਿਆਂ ਦੇ ਵਿੱਚ ਹੈ। ਇਸ ਬਾਬਤ ਬੜਾ ਸੁੰਦਰ ਪ੍ਰਮਾਣ, ਕਿਹੋ ਜੀ ਉਹ ਕਿਵੇਂ ਸਮਾਇਆ ਹੋਇਆ ਹੈ ਤੇ ਦਿਸਦਾ ਕਿੰਨਾ ਨੂੰ ਹੈ। ਸੋ ਗਿਆਨੀ ਸਤਨਾਮ ਸਿੰਘ ਜੀ ਦਮਦਮੀ ਟਕਸਾਲ ਦੇ ਵਿਦਿਆਰਥੀ ਗੁਰਮੁਖਾਂ ਨੇ ਬਾਬਾ ਠਾਕਰ ਸਿੰਘ ਜੀ ਮਹਾਂਪੁਰਖਾਂ ਦਾ ਬਚਨ ਸੁਣਾਇਆ। ਕਹਿਣ ਲੱਗੇ ਇੱਕ ਵਾਰੀ ਸਵੇਰੇ ਅੰਮ੍ਰਿਤ ਵੇਲੇ 1:30 ਵਜੇ ਦਾ ਸਮਾਂ ਸੀ ਤੇ ਮਹਿਤੇ ਨਗਰ ਦੇ ਵਿੱਚ ਇੱਕ ਵਾਲਮੀਕ ਜੀ ਦਾ ਮੰਦਿਰ ਹੈ। ਉੱਥੇ ਕਹਿੰਦੇ ਕਿ ਉਹ ਜਿਹੜੇ ਵਾਲਮੀਕੀ ਸਿੱਖ ਸਨ, ਉਹ ਸਾਰੇ ਇਕੱਤਰ ਹੋ ਕਰਕੇ ਤੇ ਪਰਮੇਸ਼ਰ ਦੇ ਗੁਣ ਗਾਉਣ ਸਵੇਰੇ ਸਵੇਰੇ। ਤੇ ਕਹਿੰਦੇ ਮਹਾਂਪੁਰਖ ਕਹਿਣ ਲੱਗੇ ਬਾਹਰ ਨਿਕਲ ਕੇ ਸੁਣ ਸਤਨਾਮ ਸਿੰਘ ਕੀ ਆਵਾਜ਼ਾਂ ਆਉਂਦੀਆਂ ਨੇ ਕੀ। ਕਹਿਣ ਲੱਗੇ ਮੈਂ ਬਾਹਰ ਨਿਕਲਿਆ ਤੇ ਜਿਵੇਂ ਆਮ ਸੁਭਾਅ ਆ ਆਪਣਾ, ਕਹਿੰਦੇ ਮੈਂ ਮਹਾਂਪੁਰਖਾਂ ਨੂੰ ਆਣ ਕੇ ਆਖਿਆ ਮਹਾਂਪੁਰਖੋ ਵਾਲਮੀਕੀਆਂ ਦਾ ਰੌਲਾ, ਵਾਲਮੀਕੀਆਂ ਦਾ। ਮਹਾਂਪੁਰਖ ਕਹਿੰਦੇ ਰੌਲਾ ਨਹੀਂ, ਪਰਮੇਸ਼ਰ ਦੇ ਗੁਣ ਗਾਉਂਦੇ ਨੇ। ਆਵਾਜ਼ਾਂ ਤੇ ਰੱਬ ਨੂੰ ਦੇ ਰਹੇ ਨਾ, ਭਗਤੀ ਤੇ ਬੰਦਗੀ ਤੇ ਪਰਮੇਸ਼ਰ ਦੀ ਕਰ ਰਹੇ ਨੇ ਨਾ। ਕਹਿੰਦੇ ਵੇਖ ਕਿੰਨੇ ਚੰਗੇ ਨੇ, ਉਹਨਾਂ ਨੂੰ ਕਿੰਨਾ ਪ੍ਰੇਮ ਹੋਵੇਗਾ। 1:30 ਵਜੇ ਆਣ ਕੇ ਉਹ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਉਣ ਲੱਗ ਪਏ। ਐਵੇਂ ਭਾਈ ਉਹ ਪਰਮੇਸ਼ਰ ਵਾਹਿਗੁਰੂ ਸਾਰਿਆਂ ਥਾਵਾਂ ਤੇ ਸਮਾਇਆ ਏ। ਇਹ ਪਰਮੇਸ਼ਰ ਦੇ ਪਿਆਰੇ ਸੰਤਾਂ ਮਹਾਤਮਾ ਭਗਤਾਂ ਨੂੰ ਦਿਸਦਾ ਹੈ, ਨਜ਼ਰੀ ਆਉਂਦਾ। ਸਾਡੇ ਤੇ ਮਹਾਰਾਜ ਕਿਰਪਾ ਕਰਨ। ਅਜੋਕੇ ਸਮੇਂ ਮੈਂ ਬੇਨਤੀ ਕਰਦਾ, ਜਿਹੜੇ ਭਗਵਾਨ ਵਾਲਮੀਕ ਜੀ ਨੂੰ ਵੀ ਪੂਜਣ ਵਾਲੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਇਤਿਹਾਸ ਜ਼ਰੂਰ ਪੜ੍ਹਿਆ ਕਰੋ। ਜਿੰਨਾ ਚਿਰ ਇਤਿਹਾਸ ਨਹੀਂ ਪੜ੍ਹਦੇ, ਉਹਨਾਂ ਚਿਰ ਜਿਹੜੇ ਰਾਜਨੀਤਿਕ ਲੋਕਾਂ ਨੇ ਪਾਈਆਂ ਹੋਈਆਂ ਵੰਡੀਆਂ ਨੇ, ਉਹਨਾਂ ਵੰਡੀਆਂ ਬਾਬਤ ਅਸੀਂ ਜਾਣ ਨਹੀਂ ਸਕਦੇ। ਉਹਨਾਂ ਦੀਆਂ ਪਾਈਆਂ ਵੰਡੀਆਂ ਤੇ ਐਵੇਂ ਹੀ ਭੜਕਦੇ ਫਿਰਦੇ ਆ। ਕਾਰਨ ਕੀ ਹੈ ਕਿ ਆਪਣੇ ਇਤਿਹਾਸ ਨੂੰ ਆਪਾਂ ਅਣਗੌਲਿਆ ਕਰਕੇ ਲਕੀਰ ਦੇ ਫਕੀਰ ਨਾ ਹੋਈਏ। ਇਤਿਹਾਸ ਪੜ੍ਹਨਾ ਬਹੁਤ ਜ਼ਰੂਰੀ ਹੈ। ਬੜੀ ਵੱਡੀ ਕਥਾ ਹੈ। 2 ਵਾਲਮੀਕਾਂ ਦਾ ਜ਼ਿਕਰ ਸੋ ਭਾਈ ਆਉਂਦਾ ਹੈ।
ਇਸ ਸੰਸਾਰ ਦੇ ਇਤਿਹਾਸ ਵਿੱਚ ਪੜ੍ਹਨਾ ਬਹੁਤ ਜ਼ਰੂਰੀ ਹੈ। ਗੁਰਦੇਵ ਸਾਡੇ ਤੇ ਕਿਰਪਾ ਕਰਨਗੇ। ਐਸੇ ਭਾਈ ਉਹ ਪਰਮੇਸ਼ਰ ਵਾਹਿਗੁਰੂ ਸਾਰਿਆਂ ਥਾਵਾਂ ਤੇ ਸਮਾਇਆ ਹੋਇਆ ਹੈ, ਇਹ ਮਹਾਤਮਾ ਨੇ ਕਿਰਪਾ ਕਰਕੇ ਦੱਸਿਆ ਹੈ। ਐਸੇ ਸਤਿਗੁਰੂ ਸਾਹਿਬ ਜੀ ਨੇ ਸਾਡੇ ਤੇ ਦਿਆਲਤਾ ਕਰਕੇ ਅੱਜ ਦੇ ਦਿਹਾੜੇ ਸਾਨੂੰ ਸਮਝਾਇਆ ਹੈ। ਇਹ ਸੀ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੀ ਵਿਚਾਰ ਜੋ ਗੁਰਦੇਵ ਜੀ ਨੇ ਆਪ ਬਖਸ਼ਿਸ਼ ਕਰਕੇ ਕਰਵਾਈ ਹੈ। ਹੁਣ ਜੋ ਲੜੀਵਾਰ ਕਥਾ ਦੱਖਣੀ ਓਂਕਾਰ ਬਾਣੀ ਦੀ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਚੱਲ ਰਹੀ ਹੈ, ਜਿਸ ਦੇ ਵਿੱਚ ਆਪ ਜੀ ਨੇ ਪਿੱਛੇ 17 ਪੌੜੀਆਂ ਦੀ ਕਥਾ ਗੁਰਮੁਖ ਸਿੱਖਾਂ ਦੀ ਰਸਨਾ ਪਾਸੋਂ ਸਰਵਣ ਕੀਤੀ ਹੈ। ਅੱਗੇ ਜਿਵੇਂ 18ਵੀਂ ਪੌੜੀ ਵਿੱਚ ਉਪਦੇਸ਼ ਸਾਨੂੰ ਸਤਿਗੁਰੂ ਸਾਹਿਬ ਜੀ ਕਰ ਰਹੇ ਹਨ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਕਾਮ ਕ੍ਰੋਧ ਕਾਇਆ ਕਉ ਗਾਲੈ। ਸੋ ਬਖਸ਼ਿਸ਼ ਕਰਦੇ ਨੇ ਮਹਾਰਾਜ ਜੀ ਨੇ, ਦਿਆਲਤਾ ਕਰ ਰਹੇ ਹਨ। ਕਹਿੰਦੇ ਗੁਰਸਿੱਖਾ ਕਾਮ ਕ੍ਰੋਧ ਜਿਹੜੇ ਨੇ ਨਾ, ਇਹ ਵਕਾਰ, ਇਹ ਸਰੀਰ ਨੂੰ ਗਾਲਣ ਵਾਲੇ ਹਨ। ਇਹਨਾਂ ਦੀ ਇੱਛਾ ਸਰੀਰ ਦੇ ਅੰਤ ਦਾ ਕਾਰਨ ਬਣ ਜਾਂਦੀ ਹੈ। ਸਰੀਰ ਨੂੰ ਭਾਈ ਗਾਲ ਛੱਡਿਆ ਇਹਨਾਂ ਨੇ। ਕਾਮ ਬਾਬਤ ਵਿਦਵਾਨਾਂ ਨੇ ਕਿਹਾ, ਕਾਮ ਕਾਮ ਸਭ ਕੋ ਕਹੈ, ਕਾਮ ਨਾ ਜਾਣੈ ਕੋਏ, ਜਿਤਨੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ। ਜਿੰਨੀਆਂ ਇਛਾਵਾਂ ਲੱਗੀਆਂ ਹੋਈਆਂ ਨੇ ਪਰ ਪਦਾਰਥ ਦੀਆਂ, ਪਰ ਦਰਬ ਦੀਆਂ, ਪਰਾਏ ਤਨ ਦੀਆਂ, ਇਹ ਸਾਰੀਆਂ ਜਿੰਨੀਆਂ ਕਾਮਨਾਵਾਂ ਇਛਾਵਾਂ ਹਨ ਹਿਰਦੇ ਦੀਆਂ, ਕਹਿਣ ਲੱਗੇ ਇਹ ਸਾਰੀਆਂ ਸਰੀਰ ਨੂੰ ਗਾਲਣ ਵਾਲੀਆਂ। ਜਿਹੜਾ ਕ੍ਰੋਧ ਹੈ, ਕ੍ਰੋਧ ਬਾਬਤ ਵਿਦਵਾਨ ਕਹਿੰਦੇ ਨੇ, ਕਾਲ ਕੂਟ ਅਰ ਕ੍ਰੋਧ ਮੈਂ ਬੜੋ ਅੰਤਰੋ ਆਹੇ, ਕ੍ਰੋਧ ਨਜਾਸਰੈ ਕੋਦ ਹੈ ਵੇਖਣਾ ਸਵਾਸਰੈ ਦਾ। ਕਾਲ ਕੂਟ ਨਾਮ ਹੈ ਜ਼ਹਿਰ ਦਾ। ਕਹਿੰਦੇ ਜ਼ਹਿਰ ਤੇ ਕ੍ਰੋਧ ਵਿੱਚ ਬੜਾ ਵੱਡਾ ਅੰਤਰ ਹੈ। ਕਹਿੰਦੇ ਜ਼ਹਿਰ ਜਿਸ ਭਾਂਡੇ ਵਿੱਚ ਰਹਿੰਦਾ ਹੈ ਉਹਨੂੰ ਕੱਖ ਨਹੀਂ ਕਰਦਾ, ਪਰ ਕ੍ਰੋਧ ਜਿਸ ਸਰੀਰ ਵਿੱਚ ਰਹਿੰਦਾ ਹੈ ਉਹਦੇ ਪੱਲੇ ਕੱਖ ਨਹੀਂ ਰਹਿਣ ਦਿੰਦਾ, ਉਹਨੂੰ ਸਾੜ ਕੇ ਰੱਖ ਦਿੰਦਾ। ਗੁਰਦੇਵ ਇੱਥੇ ਬਖਸ਼ਿਸ਼ ਕਰ ਰਹੇ ਨੇ, ਭਾਈ ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਇਹ ਜਿਹੜਾ ਕਾਮ ਤੇ ਕ੍ਰੋਧ ਹੈ, ਕਾਇਆ ਨੂੰ ਗਾਲਣ ਦਾ ਕਾਰਨ ਹੈ। ਅਥਵਾ ਇਹਦੇ ਮਹਾਂਪੁਰਖਾਂ ਨੇ ਹੋਰ ਵੀ ਅਰਥ ਅਨਵੇਂ ਕਰਕੇ ਦੱਸੇ ਨੇ, ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਕਹਿਣ ਲੱਗੇ ਭਾਈ ਜਿਹੜਾ ਕਾਮ ਹੈ ਨਾ, ਕਾਮ ਇਹਨੂੰ ਸੋ ਵਸਤੂ ਵਿਚਾਰ ਰਾਹੀਂ, ਵਸਤੂ ਵਿਚਾਰ ਕਰਕੇ, ਸੋ ਜਿਹੜੀ ਵਸਤੂ ਜਿਹੜੀ ਚੀਜ਼ ਨੂੰ ਇਹ ਭਾਈ ਇਹਦੀ ਇੱਛਾ ਬਣ ਗਈ ਕਿ ਮੈਨੂੰ ਜ਼ਰੂਰ ਮਿਲਣੀ ਚਾਹੀਦੀ, ਵਸਤੂ ਵਿਚਾਰ ਕਰਕੇ ਜੋ ਪਰਮੇਸ਼ਰ ਨੇ ਤੈਨੂੰ ਘਰ ਵਿੱਚ ਦਿੱਤਾ ਹੋਇਆ, ਇਹ ਕਿਹੜਾ ਮਾੜਾ। ਘਰ ਕੀ ਨਾਰ ਜਿਹੜੀ ਹੈ, ਘਰੇ ਧਰਮ ਪਤਨੀ ਜਿਹੜੀ ਪਰਮੇਸ਼ਰ ਵਾਹਿਗੁਰੂ ਨੇ ਦਿੱਤੀ ਹੋਈ, ਇਹ ਕਿਹੜੀ ਮਾੜੀ ਹੈ। ਤੇ ਇਹ ਵੀ ਮਾਸ ਦਾ ਲੋਥੜਾ ਨਾ, ਅਗਾਂਹ ਜਿੱਥੇ ਭੱਜਾ ਫਿਰਦਾ ਉੱਥੇ ਵੀ ਇਹੋ ਹੀ ਬਿਰਤੀ ਹੈ ਨਾ। ਕਾਹਦੇ ਲਈ ਐਵੇਂ ਮਾਸ ਪਿੱਛੇ ਭੱਜਾ ਫਿਰਦਾ। ਕਹਿੰਦੇ ਵਸਤੂ ਵਿਚਾਰ ਰਾਹੀਂ ਇਸ ਕਾਮ ਨੂੰ ਵੀ ਗਾਲਿਆ ਜਾ ਸਕਦਾ, ਨਾਸ ਕੀਤਾ ਜਾ ਸਕਦਾ। ਫਿਰ ਜਿਹੜਾ ਕ੍ਰੋਧ ਹੈ, ਇਹਨੂੰ ਸ਼ਾਂਤੀ ਦੇ ਨਾਲ ਨਾਸ ਕੀਤਾ ਜਾ ਸਕਦਾ। ਸ਼ਾਂਤੀ ਦੇ ਨਾਲ, ਸ਼ਾਂਤ ਚਿੱਤ ਹੋ ਕਰਕੇ ਕ੍ਰੋਧ ਤੋਂ ਵੀ ਬਚਾਅ ਹੋ ਸਕਦਾ ਹੈ। ਕਹਿੰਦੇ ਭਾਈ ਇਹਦੇ ਨਾਲ ਭਾਈ ਇਹਨੂੰ ਕਾਇਆ ਚੋਂ ਗਾਲ ਦੇਣਾ ਕਰ, ਨਾਸ ਕਰ ਦੇਣਾ ਕਰ। ਵਸਤੂ ਵਿਚਾਰ ਰਾਹੀਂ ਤੇ ਸ਼ਾਂਤੀ ਰਾਹੀਂ ਇਹ ਦੋਵੇਂ ਗਾਲੇ ਨਾਸ ਕੀਤੇ ਜਾ ਸਕਦੇ ਨੇ। ਨਹੀਂ ਤਾਂ ਭਾਈ ਇਹਨਾਂ ਇਸ ਸਰੀਰ ਨੂੰ ਗਾਲ ਦੇਣਾ ਹੈ। ਜਿਉ ਕੰਚਨ ਸੁਹਾਗਾ ਢਾਲੈ। ਕਿਵੇਂ ਮਹਾਰਾਜ, ਕਿਵੇਂ ਇਹ ਸਰੀਰ ਚੋਂ ਕੱਢ ਸਕੀਦੇ ਨੇ। ਕਹਿੰਦੇ ਭਾਈ ਜਿਵੇਂ ਜਿਹੜਾ ਇਹ ਦੋਵੇਂ ਅਰਥ ਇੱਥੇ ਲੱਗਦੇ ਨੇ, ਕਿਵੇਂ ਗਾਲ ਦਿੰਦੇ ਨੇ। ਕਹਿੰਦੇ ਜਿਵੇਂ ਸੁਹਾਗਾ ਜਿਹੜਾ ਹੈ ਨਾ, ਸੋਨੇ ਨੂੰ ਗਾਲ ਦਿੰਦਾ, ਪਰ ਉਹ ਇੱਕ ਕੰਮ ਚੰਗਾ ਵੀ ਕਰਦਾ। ਕਹਿੰਦੇ ਇੱਥੇ ਸੰਤੋਖ ਰੂਪੀ ਸੁਹਾਗਾ ਲੈ ਕਰਕੇ ਨਾ, ਸੰਤੋਖ ਰੂਪੀ ਸੁਹਾਗਾ ਲੈ ਕਰਕੇ ਇਸ ਨੂੰ ਸੰਗਤ ਰੂਪੀ ਕਠਾਲੀ ਵਿੱਚ ਜਿਸ ਸਮੇਂ ਰੰਨਣਾ ਕਰੇਗਾ ਨਾ, ਚੰਗੀ ਤਰ੍ਹਾਂ ਇਹਨੂੰ ਦਵੇਂਗਾ, ਸੰਪਟ ਦਵੇਂਗਾ, ਇਹਦੇ ਅੰਦਰੋਂ ਵੀ ਸੁਹਾਗਾ ਕੀ ਕਰਦਾ, ਸੋਨੇ ਚੋਂ ਮੈਲ ਕੱਢ ਦਿੰਦਾ। ਜਦੋਂ ਸੰਤੋਖ ਰੂਪੀ ਸੁਹਾਗਾ ਲਾਵੇਂਗਾ, ਉਦੋਂ ਭਾਈ ਸੰਗਤ ਰੂਪੀ ਕਠਾਲੀ ਵਿੱਚ ਜਿਸ ਸਮੇਂ ਤਪਿਆ, ਇਹ ਵਕਾਰਾਂ ਰੂਪੀ ਜਿਹੜੀ ਗੰਦਗੀ ਹੈ ਨਾ, ਤੇਰੇ ਅੰਦਰੋਂ ਬਾਹਰ ਨਿਕਲ ਜਾਵੇਗੀ। ਕਸ ਕਸ ਵੱਟੀ ਸਹਿ ਸੋਤਾ। ਕਹਿੰਦੇ ਫਿਰ ਕੀ, ਫਿਰ ਕਹਿੰਦੇ ਕਸਵੱਟੀ ਤੇ ਜਿਸ ਸਮੇਂ ਚਾੜ ਕਰਕੇ ਜਿਹੜੇ ਪਰਖਣ ਵਾਲੇ ਨਾ, ਪਰਖਣ ਵਾਲੇ ਉਹ ਫਿਰ ਕਸਵੱਟੀ ਤੇ ਚਾੜ ਕਰਕੇ, ਕਸਵੱਟੀ ਨਾਲ ਰਗੜ ਕਰਕੇ ਵੇਖਦੇ ਨੇ। ਜੇ ਤੇ ਧਾਰ ਸੋ ਗੰਭੀਰ ਡੂੰਗੀ ਲੱਗਦੀ ਏ ਤੇ ਫਿਰ ਮੰਨਦੇ ਨੇ ਕਿ ਅਜੇ ਇਹਦੇ ਵਿੱਚ ਰਲਾ ਹੈ, ਅਜੇ ਹੋਰ ਇਹਨੂੰ ਕਠਾਲੀ ਚ ਪਾ ਕੇ ਰਿੰਨਣ ਦੀ ਲੋੜ ਹੈ। ਤੇ ਜੇ ਧਾਰ ਸੋ ਸਾਫ਼ ਹੋਵੇ ਤੇ ਫਿਰ ਕਹਿੰਦੇ ਇਹਦੇ ਵਿੱਚ ਕੋਈ ਹੁਣ ਰਲਾ ਨਹੀਂ ਰਹਿ ਗਿਆ। ਕਹਿੰਦੇ ਇਸੇ ਤਰੀਕੇ ਦੇ ਨਾਲ ਜਦੋਂ ਭਾਈ ਫਿਰ ਇੱਥੇ ਸਾਧ ਸੰਗਤ ਰੂਪੀ ਕਸਵੱਟੀ ਤੇ ਆਣ ਕਰਕੇ, ਸੋ ਜਿਸ ਸਮੇਂ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ
ਇੱਥੇ ਕਸਵੱਟੀ ਲਾ ਕਰਕੇ ਵੇਖੀ ਤੇ ਫਿਰ ਕੀ ਹੋਵੇਗਾ, ਫਿਰ ਪਤਾ ਲੱਗ ਜਾਵੇਗਾ। ਅੱਗੇ ਬਖਸ਼ਿਸ਼ ਕਰਦੇ ਹਨ। ਨਦਰ ਸਰਾਫ ਵੰਨੀ ਸਚੜਾਉ। ਕਹਿੰਦੇ ਫਿਰ ਸਰਾਫਾਂ ਦੀ ਨਜ਼ਰੇ ਚੜ ਜਾਵੇਗਾ, ਪਤਾ ਲੱਗ ਜਾਵੇਗਾ ਵਿੱਚ ਖੋਟ ਹੈ ਜਾਂ ਨਹੀਂ। ਕਸਵੱਟੀ ਵਿੱਚੋਂ ਗੁਰਸਿੱਖੋ ਕੋਈ ਵਿਰਲਾ ਹੀ ਪੂਰਾ ਉਤਰਦਾ ਹੈ। ਕਸਵੱਟੀ ਲੱਗੀ, 4 ਜਾਣਿਆਂ ਨੇ ਬਦਾਵਾ ਲਿਖ ਕੇ ਦੇ ਦਿੱਤਾ ਤੇ ਪੂਰੇ ਉਤਰਨ ਵਾਲੇ ਕੌਣ ਸਨ? ਸਤਿਗੁਰੂ ਸਾਹਿਬ ਜੀ ਦੇ ਪਿਆਰ ਵਾਲੇ ਭਾਈ ਮਹਾਂ ਸਿੰਘ ਜੀ। ਮੇਰੇ ਗੁਰਦੇਵ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਅਜੇ ਸਹਿਗਦੇ ਨੇ ਜੋ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਹੈ, ਉਸ ਸਥਾਨ ਤੇ ਸਤਿਗੁਰੂ ਸਾਹਿਬ ਜੀ ਨੇ ਭਾਈ ਮਹਾਂ ਸਿੰਘ ਜੀ ਦਾ ਪਾਵਨ ਸੀਸ ਆਪਣੇ ਗੋਡੇ ਤੇ ਰੱਖਿਆ। ਬਚਨ ਕੀਤੇ, ਭਾਈ ਮਹਾਂ ਸਿੰਘ ਜੀ ਮੰਗੋ, ਕੀ ਮੰਗਦੇ ਹੋ, ਕੀ ਚਾਹੁੰਦੇ ਹੋ? ਗੁਰਦੇਵ ਜੀ ਕੀ ਚਾਹਣਾ ਹੈ? ਜਿਸ ਦਰਸ਼ਨਾਂ ਨੂੰ ਜੋਗੀ ਸਰ, ਜਿਨ੍ਹਾਂ ਦਰਸ਼ਨਾਂ ਨੂੰ ਵੱਡੇ ਵੱਡੇ ਤਪੀਸਰ ਤਰਸਦੇ ਹਨ ਕਿ ਅੰਤ ਸਮੇਂ ਪਰਮੇਸ਼ਰ ਵਾਹਿਗੁਰੂ ਦੇ ਦਰਸ਼ਨ ਹੋ ਜਾਣ, ਗੁਰਦੇਵ ਸਤਿਗੁਰੂ ਆਪ ਜੀ ਨੇ ਰਹਿਮਤ ਕੀਤੀ, ਉਹ ਦਰਸ਼ਨ ਬਖਸ਼ੇ ਹਨ। ਹੁਣ ਭੁੱਖ ਹੀ ਕੋਈ ਨਹੀਂ ਰਹਿ ਗਈ, ਹੋਰ ਕੀ ਮੰਗਣਾ। ਉਸ ਸਮੇਂ ਕਹਿੰਦੇ ਬਚਨ ਕੀਤੇ, ਮਹਾਂ ਸਿੰਘ ਸਾਡੇ ਚਿੱਤ ਦੀ ਇੱਛਾ ਹੈ, ਜੋ ਮੰਗਣਾ ਚਾਹੋ ਮੰਗ ਲਵੋ। ਬਖਸ਼ਿਸ਼ ਦੇ ਘਰ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਘਰ ਏਡਾ ਵੱਡਾ ਹੈ, ਇਹ ਮੁਰਦਿਆਂ ਨੂੰ ਜਿਉਂਦੇ ਕਰ ਸਕਦਾ। ਤੁਸੀਂ ਮੰਗੋ, ਕੀ ਮੰਗਦੇ ਹੋ? ਹੱਥ ਜੋੜ ਕੇ ਆਖਿਆ, ਪਾਤਸ਼ਾਹ ਜੇ ਫਿਰ ਦੇਣ ਤੇ ਹੀ ਆਏ ਜੇ, ਜਿਹੜਾ ਬਦਾਵਾ ਲਿਖ ਕੇ ਦਿੱਤਾ ਉਹ ਪਾੜ ਦਵੋ। ਭਾਈ ਮਹਾਂ ਸਿੰਘ ਬਦਾਵਾ ਉਹਨਾਂ ਵਾਸਤੇ ਜਿਨ੍ਹਾਂ ਲਿਖ ਕੇ ਦਿੱਤਾ, ਤੇਰੇ ਵਾਸਤੇ ਨਹੀਂ। ਤੁਸੀਂ ਮੰਗੋ, ਕੀ ਮੰਗਦੇ ਹੋ? ਗੁਰਦੇਵ ਕਿਰਪਾ ਕਰੋ, ਇਹੋ ਹੀ ਇੱਕ ਮੰਗ ਹੈ, ਹੋਰ ਮੰਗ ਹੈ ਹੀ ਕੋਈ ਨਹੀਂ। ਜੇ ਰਹਿਮਤ ਕਰਨੀ ਹੈ ਤੇ ਉਹ ਬਦਾਵਾ ਪਾੜ ਦਿਓ। ਕੁੱਟ ਕੇ ਹਿੱਕ ਨਾ ਲਾ ਕੇ ਆਖਿਆ, ਮਹਾਂ ਸਿੰਘ ਤੂੰ ਸਾਰੇ ਹੀ ਦੇਸ਼ ਦੀ ਸਿੱਖੀ ਰੱਖ ਲਈ, ਸਾਰੇ ਮਾਝੇ ਦੇਸ਼ ਦੀ ਸਿੱਖੀ ਤੁਸੀਂ ਰੱਖ ਲੈਣਾ ਕੀਤੀ। ਐਸੀ ਬਖਸ਼ਿਸ਼ ਕੀਤੀ, ਗੁਰਸਿੱਖ ਹੋਣਾ ਹੀ ਐਸਾ ਚਾਹੀਦਾ। ਜਿਸ ਸਮੇਂ ਭਾਈ ਕਸਵੱਟੀ ਤੇ ਚੜੇ, ਕੋਈ ਵਿਰਲਾ ਹੀ ਪੂਰਾ ਉਤਰਦਾ ਹੈ। ਜਿਹੜਾ ਉਤਰ ਜਾਵੇ ਭਾਈ, ਉਹ ਫਿਰ ਸਰਾਫਾਂ ਦੀ ਨਜ਼ਰ ਵਿੱਚ ਆ ਜਾਂਦਾ ਹੈ, ਸੰਪੂਰਨ ਹੋ ਜਾਂਦਾ ਹੈ ਜੀ। ਜਗਤ ਪਸ਼ੂ ਅਹੰਕਾਲ ਕਸਾਈ। ਤੇ ਮਹਾਰਾਜ ਜਿਹਦਾ ਫਿਰ ਇਹੋ ਜਿਹਾ ਸੁਭਾਅ ਨਾ ਬਣੇ, ਜਿਹੜਾ ਗੁਰੂ ਕੀ ਬਖਸ਼ਿਸ਼ ਦਾ ਪਾਤਰ ਨਾ ਬਣੇ, ਤੇ ਮਹਾਰਾਜ ਕਹਿੰਦੇ ਉਹਦਾ ਜੀਵਨ ਪਸ਼ੂਆਂ ਵਾਲਾ, ਪਸ਼ੂਆਂ ਵਾਲਾ। ਤੇ ਜਿਹੜਾ ਕਾਲ ਹੈ ਨਾ, ਜਿਹੜਾ ਸਮਾਂ ਹੈ, ਇਹ ਕਸਾਈ ਦੀ ਨਿਆਈ ਵਿਚਰ ਰਿਹਾ ਹੈ। ਜਗਤ ਹੈ ਪਸ਼ੂ ਦੀ ਨਿਆਈ। ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਤੋਂ ਬਿਨਾਂ ਪਸ਼ੂਆਂ ਵਾਲਾ ਜੀਵਨ ਹੈ, ਪਸ਼ੂਆਂ ਵਾਲਾ। ਕਿਉਂ ਜੀ? ਖਾਂਦੇ ਤਾਂ ਪਸ਼ੂ ਵੀ ਹਨ। ਸੋ ਇਸੇ ਤਰੀਕੇ ਦੇ ਨਾਲ ਭੋਗਾਂ ਨੂੰ ਭੋਗ ਪਸ਼ੂ ਵੀ ਰਹੇ ਹਨ। ਸਮਾਂ ਆਏ ਤੇ ਸੰਸਾਰ ਤੋਂ ਚਲੇ ਉਹਨਾਂ ਨੇ ਵੀ ਜਾਣਾ। ਇਸ ਕਰਕੇ ਜੇ ਕੇਵਲ ਖਾਣ ਹੰਡਾਉਣ ਵਿੱਚ ਹੀ ਜ਼ਿੰਦਗੀ ਲੰਘਾ ਦਿੱਤੀ ਨਾ, ਆਮ ਇੱਕ ਆਪਣਾ ਤਕੀਆ ਕਲਾਮ ਬਣਿਆ, ਇਹੋ ਜਗ ਮਿੱਠਾ ਅਗਲਾ ਕਿਸੇ ਨਾ ਡਿੱਠਾ। ਗੁਰਦੇਵ ਕਹਿੰਦੇ ਜੇ ਇਹੋ ਹੀ ਅਵਸਥਾ ਬਣੀ ਤੇ ਫਿਰ ਪਸ਼ੂਆਂ ਦੀ ਅਵਸਥਾ ਤੇ ਤੇਰੀ ਅਵਸਥਾ 'ਚ ਕੋਈ ਬਹੁਤਾ ਫਰਕ ਨਹੀਂ। ਸੋ ਐਵੇਂ ਹੀ ਹੈ, ਜਿਵੇਂ ਉਹ ਪਸ਼ੂ ਇੱਥੋਂ ਖਾ ਪੀ ਕੇ ਤੁਰ ਜਾਣਗੇ, ਐਵੇਂ ਤੂੰ ਤੁਰ ਜਾਵੇਂਗਾ। ਇਸ ਤੋਂ ਵੱਧ ਕੱਖ ਨਹੀਂ। ਕਾਮ ਭੋਗ ਕਰਕੇ, ਕਿਰਿਆ ਕਰਕੇ ਤੁਰਿਆ ਜਾਵੇਂਗਾ, ਉਹ ਵੀ ਤੁਰ ਜਾਣਗੇ। ਇਸ ਕਰਕੇ ਚੇਤੇ ਰੱਖੀ, ਫਿਰ ਕਾਲ ਕਸਾਈ ਦੀ ਨਿਆਈ ਤੇਰੇ ਦਿਵਾਲੇ ਹੋਇਆ ਫਿਰ ਰਿਹਾ ਹੈ। ਕਰ ਕਰਤੈ ਕਰਨੀ ਕਰ ਪਾਈ। ਕਹਿੰਦੇ ਭਾਈ ਉਹ ਪਰਮੇਸ਼ਰ ਵਾਹਿਗੁਰੂ ਕਰਤੇ ਨੇ। ਸੋ ਇਹ ਸਾਰੇ ਮਨੁੱਖਾਂ ਦੇ ਸਰੀਰਾਂ ਅੰਦਰ ਜਿਵੇਂ ਜਿਵੇਂ ਦੀ ਕਰਨੀ ਹੈ, ਜਿਵੇਂ ਜਿਵੇਂ ਦੇ ਕਰਮ ਕਰੇਗਾ, ਉਵੇਂ ਉਵੇਂ ਦੀ ਪਰਾਲਬਧ ਪਾਈ ਹੋਈ ਹੈ ਜੀ। ਜਿਨ ਕੀਤੀ ਤਿਨ ਕੀਮਤ ਪਾਈ। ਜਿਨਨੇ ਭਾਈ ਇਹ ਸ੍ਰਿਸ਼ਟੀ ਕੀਤੀ ਸਾਜੀ ਹੈ, ਜਾਂ ਭਾਈ ਜਿਨਨੇ ਭਗਤੀ ਕੀਤੀ ਹੈ ਪਰਮੇਸ਼ਰ ਵਾਹਿਗੁਰੂ ਦੀ, ਤਿਸਨੇ ਕੀਮਤ ਪਾ ਲੈਣਾ ਕੀਤੀ ਹੈ ਜੀ। ਹੋਰ ਕਿਆ ਕਹੀਐ ਕਿਛ ਕਹਿਣ ਨਾ ਜਾਏ। ਕਹਿੰਦੇ ਹੋਰ ਕੀ ਕਹਿਣਾ ਭਾਈ, ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਕਹਿਣ ਤੋਂ ਬਾਰੇ ਹਨ। ਖੋਜਤ ਖੋਜਤ ਅੰਮ੍ਰਿਤ ਪੀਆ। ਸੋ ਖੋਜਦਿਆਂ ਖੋਜਦਿਆਂ ਜਿਨ੍ਹਾਂ ਨੂੰ ਭਾਈ ਸਤਿਗੁਰੂ ਸਾਹਿਬ ਜੀ ਦਾ ਪਾਵਨ ਦਰ ਮਿਲ ਗਿਆ, ਜਿਨ੍ਹਾਂ ਤੇ ਰਹਿਮਤ ਬਖਸ਼ਿਸ਼ ਹੋ ਗਈ, ਜਿਹੜੇ ਜਗਿਆਸਾ ਰੱਖ ਕਰਕੇ ਖੋਜ ਲੱਭ ਰਹੇ ਸਨ, ਉਹਨਾਂ ਨੇ ਭਾਈ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਣ ਕਰਕੇ ਸੋ ਇਹ ਸ਼ਬਦ ਰੂਪੀ ਅੰਮ੍ਰਿਤ ਪੀਣਾ ਕੀਤਾ ਰਸਨਾ ਦੁਆਰਾ। ਉਹਨਾਂ ਨੇ ਪ੍ਰਤੱਖ ਅੰਮ੍ਰਿਤ ਪੰਜਾਂ ਪਿਆਰਿਆਂ ਪਾਸੋਂ ਦਾਤ ਪ੍ਰਾਪਤ ਕਰ ਲਈ ਹੈ। ਪਰ ਜਿਨ੍ਹਾਂ ਦੇ ਹਿਰਦੇ 'ਚ ਜਗਿਆਸਾ ਹੋ ਆਈ ਸੀ, ਜਿਨ੍ਹਾਂ ਨੂੰ ਇਹ ਜਗਿਆਸਾ ਲੱਗ ਗਈ ਸੀ, ਜਿਨ੍ਹਾਂ ਨੇ ਇਹ ਸੁਣਿਆ ਸੀ ਕਿ ਜਿਹੜੇ
ਅੰਮ੍ਰਿਤ ਨੂੰ ਦੇਵੀ ਦੇਵਤੇ ਵੱਡੇ ਵੱਡੇ ਗੰਧਰਵ ਖੋਜਦੇ ਫਿਰਦੇ ਸਨ, ਉਹ ਸਤਿਗੁਰੂ ਸਾਹਿਬ ਜੀ ਦੇ ਘਰ ਤੋਂ ਪ੍ਰਾਪਤ ਹੋ ਰਿਹਾ ਹੈ। ਕਿਵੇਂ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਸੋ ਉਹ ਅੰਮ੍ਰਿਤ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਭਾਈ ਪ੍ਰਾਪਤ ਹੋ ਗਿਆ। ਖੰਡੇ ਬਾਟੇ ਦੀ ਪੌਲ ਛਕ ਕਰਕੇ ਪ੍ਰਾਪਤ ਹੋਇਆ ਹੈ। ਅਥਵਾ ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਸਤਾਰੇ। ਇਹ ਸ਼ਬਦ ਰੂਪੀ ਅੰਮ੍ਰਿਤ ਉਹਨਾਂ ਨੇ ਪੀਣਾ ਕੀਤਾ ਹੈ ਜੇ। ਖਿਮਾ ਗਹੀ ਮਨ ਸਤਿਗੁਰ ਦੀਆ। ਇਹ ਮਹਾਰਾਜ ਮਿਲਦਾ ਕਿੰਨਾਂ ਨੂੰ? ਕਹਿੰਦੇ ਜਿਨ੍ਹਾਂ ਨੇ ਖਿਮਾ ਗ੍ਰਹਿਣ ਕਰ ਲਈ ਹੈ। ਕੋਈ ਲੱਖ ਮਾੜਾ ਕਹੀ ਜਾਵੇ, ਕੋਈ ਚੰਗਾ ਕਹੀ ਜਾਵੇ, ਕੋਈ ਬਦਨਾਮੀ ਕਰੀ ਜਾਵੇ, ਉਹਨੂੰ ਭਾਈ ਅੱਗੋਂ ਪਲਟ ਕੇ ਜਵਾਬ ਨਹੀਂ ਦਿੰਦੇ। ਇਹ ਨਹੀਂ ਕਿ ਕਿਸੇ ਨੇ ਨਿੰਦਿਆ ਕੀਤੀ ਉਲਟ ਉਹਦੀ ਨਿੰਦਿਆ ਕਰਨ ਲੱਗ ਪੈਂਦੇ ਨੇ। ਸੁਭਾਅ ਕੀ ਹੈ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦਾ? ਉਹਨਾਂ ਨੇ ਭਾਈ ਖਿਮਾ ਗ੍ਰਹਿਣ ਕਰ ਲਈ ਹੈ, ਖਿਮਾ ਗ੍ਰਹਿਣ ਕਰ ਲਈ। ਹੁਣ ਤੇ ਆਪਾਂ ਸੁਭਾਅ ਹੀ ਬਣਾ ਲਿਆ, ਆਪਾਂ ਕਹਿੰਦੇ ਫਲਾਣਾ ਸੱਚ ਬੜਾ ਬੋਲਦਾ। ਤੇ ਸੱਚ ਕੀ ਹੈ? ਇਹ ਦੂਸਰਿਆਂ ਦੇ ਮੂੰਹ ਤੇ ਉਹਨਾਂ ਦੇ ਔਗਣ ਦੱਸ ਕੇ ਆ ਜਾਂਦਾ। ਗੁਰਸਿੱਖੋ, ਸੱਚ ਇਹ ਨਹੀਂ, ਸੱਚ ਇਹ ਹੈ ਜੋ ਆਪਣੇ ਬਾਰੇ ਬੋਲਿਆ ਗਿਆ। ਜਿਹੜੀ ਮੇਰੀ ਗੰਦਗੀ ਹੈ ਉਹ ਮੈਂ ਪ੍ਰਗਟ ਕਰਕੇ ਵਿਖਾਲਾਂ ਦੂਸਰਿਆਂ ਨੂੰ, ਇਹ ਸੱਚ ਹੈ। ਦੂਸਰੇ ਬਾਬਤ ਬੋਲੀਆਂ ਗਈਆਂ ਗੱਲਾਂ ਵੱਡੀਆਂ ਵੱਡੀਆਂ, ਇਹਨੇ ਆਹ ਕਰ ਦਿੱਤਾ ਉਹ ਕਰ ਦਿੱਤਾ, ਇਹ ਨਿੰਦਿਆ ਹੈ। ਇਹ ਵੀ ਨਿੰਦਿਆ ਦਾ ਹੀ ਇੱਕ ਸਰੂਪ ਹੈ। ਤੇਰੇ ਬਾਰੇ ਕਿਸੇ ਨੇ ਕੁਝ ਬੋਲਿਆ, ਜੇ ਉਹਨੂੰ ਖਿਮਾ ਕਰ ਦਿੱਤੀ, ਜਿਨ੍ਹਾਂ ਨੇ ਖਿਮਾ ਗ੍ਰਹਿਣ ਕੀਤੀ ਹੈ ਉਹਨਾਂ ਨੂੰ ਭਾਈ ਸਤਿਗੁਰੂ ਸਾਹਿਬ ਜੀ ਨੇ ਇਹ ਦਾਤ ਬਖਸ਼ਿਸ਼ ਕੀਤੀ ਹੈ। ਖਰਾ ਖਰਾ ਆਖੈ ਸਭ ਕੋ। ਉਹਨਾਂ ਨੂੰ ਭਾਈ ਫਿਰ ਸਾਰੇ ਖਰਾ ਖਰਾ ਕਹਿੰਦੇ ਹਨ ਕਿ ਇਹ ਖਰਾ ਸੋਨਾ ਹੈ। ਖਰਾ ਰਤਨ ਜੁਗ ਚਾਰੇ ਹੋ। ਤੇ ਚੌਹਾਂ ਹੀ ਯੁੱਗਾਂ ਵਿੱਚ ਐਸੇ ਮਹਾਂਪੁਰਖ ਮਹਾਤਮਾ ਦੀ ਮੰਨੀ ਜਾਂਦੀ ਹੈ, ਭਾਵੇਂ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਚੌਹਾਂ ਹੀ ਯੁੱਗਾਂ ਵਿੱਚ ਜਿਨ੍ਹਾਂ ਨੇ ਖਿਮਾ ਗ੍ਰਹਿਣ ਕੀਤੀ, ਜਿਨ੍ਹਾਂ ਬਾਬਤ ਆਪਾਂ ਅਰਦਾਸ 'ਚ ਵੀ ਪੜ੍ਹਦੇ, ਦੇਖ ਕੇ ਅਣਡਿੱਠ ਕੀਤਾ। ਔਗਣ ਵੇਖ ਲਿਆ, ਇਹ ਚਰਚਾ ਨਹੀਂ ਕੀਤੀ, ਅਣਡਿੱਠ ਕਰ ਦਿੱਤਾ। ਇਹ ਜਾਣਿਆ ਪਰਮੇਸ਼ਰ ਵਾਹਿਗੁਰੂ ਕਦੀ ਕਿਰਪਾ ਕਰੇਗਾ, ਪਤਾ ਨਹੀਂ ਇਸ ਔਗਣ ਆਰੇ 'ਚ ਹੀ ਕਿਸ ਦਿਨ ਉਹਨੇ ਗੁਣ ਭਰ ਦੇਣੇ ਨੇ। ਜਿਹਦੇ ਬਾਬਤ ਭਾਈ ਗੁਰਦਾਸ ਜੀ ਨੇ ਸਮਝਾਉਣਾ ਕੀਤਾ ਸੀ, ਤੈਸੇ ਉਸਤਤ ਨਿੰਦਾ ਕੀਜੈ ਨਾ ਕਾਹੂ ਕੇਰੀ, ਮਤ ਕੋਈ ਜਾਣੈ ਦਿਨ ਆਵੈ ਅੰਤਕਾਰ ਕੋ। ਗੁਰਸਿੱਖਾ, ਨਾ ਤੇ ਬਹੁਤੀ ਉਸਤਤੀ ਕਰ ਤੇ ਨਾ ਨਿੰਦਿਆ ਹੀ ਕਰ। ਨਿੰਦਿਆ ਤੇ ਤਿਆਗ ਹੀ ਦੇ। ਪਤਾ ਨਹੀਂ ਜਿਹਦੀ ਅੱਜ ਨਿੰਦਿਆ ਕਰਨ ਡਿਆ, ਕੱਲ ਨੂੰ ਇਸੇ ਜ਼ਬਾਨ ਤੋਂ ਉਹਦੀ ਉਸਤਤ ਕਰਨੀ ਪਵੇ। ਉਹਦਾ ਅਖੀਰਲਾ ਦਿਨ ਕਿਹੋ ਜਾਏ ਤੇ ਪਰਮੇਸ਼ਰ ਹੀ ਜਾਣਦਾ ਹੈ ਨਾ। ਇਸ ਕਰਕੇ ਭਾਈ ਉਹ ਜਿਨ੍ਹਾਂ ਨੇ ਐਸਾ ਸੁਭਾਅ ਬਣਾਇਆ ਹੈ ਉਹ ਸਾਰੇ ਯੁਗਾਂ ਦੇ ਵਿੱਚ ਖਰੇ ਹਨ, ਉਜਲੇ ਹਨ। ਖਾਤ ਪੀਅੰਤ ਮੂਏ ਨਹੀਂ ਜਾਣਿਆ। ਤੇ ਮਨਮੁਖਾਂ ਦੀ ਅਵਸਥਾ ਦੱਸਦੇ ਨੇ, ਕਹਿੰਦੇ ਖਾਂਦੇ ਪੀਂਦੇ ਹੀ ਸੰਸਾਰ ਤੋਂ ਤੁਰ ਗਏ, ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਜਾਣਿਆ ਹੀ ਨਹੀਂ। ਖਿਨ ਮਹਿ ਮੂਏ ਜਾਂ ਸ਼ਬਦ ਪਛਾਨਿਆ। ਤੇ ਮਹਾਰਾਜ ਇਹ ਤੋਂ ਕਿਵੇਂ ਬਚਾਅ ਹੋ ਸਕਦਾ ਸੀ? ਆਪ ਕਿਰਪਾ ਕਰਕੇ ਦੱਸੋ। ਠੀਕ ਸਾਡਾ ਸੁਭਾਅ ਇਹੋ ਹੀ ਹੈ। ਅਸੀਂ ਕਿਵੇਂ, ਸਾਡਾ ਸੰਸਾਰ ਵਾਲੇ ਪਾਸਿਓਂ ਮਨ ਕਿਵੇਂ ਮੁੜੇ, ਕਿਵੇਂ ਰੁਕ ਜਾਵੇ ਜੀ? ਇਹ ਤੇ ਹਰ ਵੇਲੇ ਮਿੱਠਾ ਖਾਂਦਾ ਏ ਤੇ ਲੂਣ ਵਾਲੇ ਪਦਾਰਥ ਮੰਗਣ ਦਾ ਪੈਂਦਾ। ਲੂਣ ਵਾਲੇ ਖਾਂਦਾ ਏ ਤੇ ਫਿਰ ਕਹਿੰਦਾ ਏ ਕਿ ਹੁਣ ਕੋਈ ਫਿੱਕਾ ਛਕ ਲਵਾਂ। ਇਹੋ ਜਿਹਾ ਸੁਭਾਅ ਇਹਦਾ ਬਣਿਆ ਹੋਇਆ ਹੈ। ਕੀ ਕਰਾਂ ਮਹਾਰਾਜ, ਕਿੱਧਰ ਨੂੰ ਜਾਈਏ? ਗੁਰਦੇਵ ਕਹਿੰਦੇ ਖਿਣ ਮਹਿ ਮੂਵੇ, ਕਹਿੰਦੇ ਖਿਣ ਭਰ ਦੇ ਵਿੱਚ ਮੂਵੇ ਮਰ ਜਾਵੇਗਾ ਇਹ ਸੁਭਾਅ। ਮਹਾਰਾਜ ਕਿਵੇਂ? ਕਹਿੰਦੇ ਜਾ ਸ਼ਬਦ ਪਛਾਨਿਆ। ਜੇ ਸਤਿਗੁਰੂ ਸਾਹਿਬ ਜੀ ਦੇ ਦਵਾਰੇ ਤੇ ਆਣ ਕਰਕੇ ਸ਼ਬਦ ਨਾਲ ਸਾਂਝ ਪਾ ਲਵੇਂ, ਇਹ ਜਿਹੜਾ ਮਨ ਦਾ ਸਿਆਪਾ ਪਿਆ ਹੋਇਆ, ਕਦੀ ਇੱਧਰ ਨੂੰ ਭੱਜਦਾ ਕਦੀ ਇੱਧਰ ਨੂੰ ਭੱਜਦਾ ਹੈ, ਇਹ ਸਾਰਾ ਰੁਕ ਜਾਵੇਗਾ। ਖਿਣ ਭਰ ਦੇ ਵਿੱਚ ਉਹ ਭਾਈ ਸੰਸਾਰ ਦੀ ਤਰਫੋਂ ਮੂਵੇ ਮਰ ਗਏ ਹਨ। ਸੰਸਾਰ ਦੀ ਤਰਫੋਂ ਉਹ ਉਲਟ ਕੇ ਪਰਮੇਸ਼ਰ ਵਾਹਿਗੁਰੂ ਦੇ ਦਰ ਤੇ ਜਿਉਂਦੇ ਹੋ ਗਏ ਨੇ। ਪਰ ਜਿਉਂਦੇ ਤਾਂ ਹੋਏ ਨੇ, ਇਧਰੋਂ ਮਰ ਗਏ ਨੇ ਜਦੋਂ ਸ਼ਬਦ ਦੀ ਪਹਿਚਾਣ ਆ ਗਈ ਜੇ। ਅਸਥਿਰ ਚੀਤ ਮਰਨ ਮਨ ਮਾਨਿਆ। ਚਿੱਤ ਜਿਹੜਾ ਅਸਥਿਰ ਹੋ ਗਿਆ, ਹੁਣ ਡੋਲਦਾ ਨਹੀਂ। ਹੁਣ ਬੰਦ ਕਟਾ ਕੇ ਵੀ ਚਿੱਤ ਅਸਥਿਰ ਹੈ। ਹੁਣ ਭਾਈ ਖੋਪੜ ਲਹਾ ਕਰਕੇ ਵੀ ਚਿੱਤ ਅਸਥਿਰ ਹੈ। ਹੁਣ ਤੇ ਇੰਨੀ ਅਸਥਿਰਤਾ ਬਣ ਗਈ ਹੈ, ਚਰਖੜੀ ਦਾ ਗੇੜਾ ਕੱਢ ਕੇ ਵੀ ਵਜੀਦੇ ਨੂੰ ਕਹਿ ਦਿੰਦੇ ਨੇ, ਪੁੱਛਿਆ ਕਿੰਨਾ ਕੁ ਮਜ਼ਾ ਹੈ ਸਖੀ ਦਾ?
ਕਹਿਣ ਲੱਗੇ ਕਿਤੇ ਇੱਕ ਗੇੜਾ ਲੈ ਕੇ ਤੇ ਵੇਖ ਚਰਖੜੀ ਦੇ ਉੱਤੇ, ਤੈਨੂੰ ਵੀ ਪਤਾ ਲੱਗ ਜਾਵੇਗਾ ਕਿੰਨਾ ਵਧੀਆ ਸਵਾਦ ਹੈ। ਐਸਾ ਚਿੱਤ ਹੈ। ਫਿਰ 22 ਦਿਹਾੜਿਆਂ ਤੱਕ ਖੋਪੜ ਤੋਂ ਬਿਨਾ ਆਪਣੇ ਬਚਨ ਕਰਕੇ ਸਥਿਰ ਹੋ ਕੇ ਚੌਂਕੜਾ ਲਾ ਕੇ ਬੈਠੇ ਜਪਜੀ ਸਾਹਿਬ ਜੀ ਦੇ ਪਾਠ ਦੇ ਅੰਦਰ ਆਪਣੇ ਆਪ ਨੂੰ ਪਰੋਇਆ ਹੋਇਆ ਹੈ। ਐਸਾ ਅਸਥਿਰ ਹੈ ਚਿੱਤ ਉਹਨਾਂ ਦਾ। ਪਰਮੇਸ਼ਰ ਵਾਹਿਗੁਰੂ ਦੇ ਦੁਆਰੇ ਤੇ ਮਰਨਾ ਮੰਨ ਲਿਆ, ਕਬੂਲ ਕਰ ਲਿਆ ਹੈ ਜੀ। ਗੁਰ ਕਿਰਪਾ ਤੇ ਨਾਮ ਪਛਾਨਿਆ। ਕਿੰਨਾਂ ਨੇ? ਜਿਨ੍ਹਾਂ ਨੇ ਭਾਈ ਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਆਪਣੇ ਮਨ ਨੂੰ ਮਨਾ ਲੈਣਾ ਕੀਤਾ, ਅਥਵਾ ਜਿਨ੍ਹਾਂ ਤੇ ਗੁਰੂ ਕੀ ਕਿਰਪਾ ਹੋ ਗਈ ਉਹਨਾਂ ਦਾ ਭਾਈ ਮਨ ਮੰਨ ਗਿਆ ਹੈ। ਆਪਾਂ ਵੀ ਅਰਦਾਸ ਕਰੀਏ, ਹੇ ਗੁਰਦੇਵ ਸਤਿਗੁਰੂ ਸਾਹਿਬ ਸਾਡੇ ਤੇ ਦਿਆਲਤਾ ਕਰੋ, ਰਹਿਮਤ ਕਰੋ। ਇਹ ਅੰਮ੍ਰਿਤ ਬਾਣੀ ਦੀ ਬਖਸ਼ਿਸ਼ ਸਾਡੇ ਤੇ ਵੀ ਇਹ ਮਿਹਰ ਦਾ ਮੀਂਹ ਵਰਸਾਓ, ਤਾਂ ਜੋ ਕਿਰਪਾਲੂ ਜੀ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਈਏ। ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਅਗਾਧ ਬੋਧ ਬਾਣੀ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣੀਆਂ ਜੀ। ਅਗਾਹਾਂ ਤੋਂ ਸਮਤ ਬਖਸ਼ਣੀ। ਅਸਥਿਰ ਚੀਤ ਮਰਨ ਮਨ ਮਾਨਿਆ, ਗੁਰ ਕਿਰਪਾ ਤੇ ਨਾਮ ਪਛਾਨਿਆ।